30 सितंबर 2021 ਦਾ ਮੇਰੀ ਰਿਟਾਇਰਮੈਂਟ ਵਾਲਾ ਦਿਨ ਉਸ ਸਮੇਂ ਮੇਰੇ ਵਾਸਤੇ ਇੱਕ ਯਾਦਗਾਰੀ ਦਿਨ ਬਣ ਗਿਆ ਜਦੋਂ ਮੈਨੂੰ ਇੱਕ ਵਿਸ਼ੇਸ਼ ਅਤੇ ਬੜਾ ਹੀ ਤਕਲੀਫ 'ਤੇ ਕੰਮ ਕਰਨਾ ਪਿਆ। ਅੱਜ ਤੱਕ PR ਦੇ ਵਿੱਚ ਰਹਿੰਦੇ ਹੋਏ ਪੱਤਰਕਾਰ ਸੱਜਣਾਂ ਨੂੰ ਹਮੇਸ਼ਾ ਵੈਲਕਮ ਕੀਤਾ ਗਿਆ, ਆਓ ਜੀ ਆਖ ਕੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਕੀਤਾ ਗਿਆ। ਪਰ ਉਸ ਦਿਨ ਅਜਿਹੀ ਸਥਿਤੀ ਬਣੀ ਕਿ ਪੰਜਾਬ ਭਵਨ ਦੇ ਵਿੱਚ 15 ਤੋਂ 20 ਦੇ ਕਰੀਬ ਪੱਤਰਕਾਰਾਂ ਨੂੰ ਬਾਹਰ ਲੈ ਕੇ ਜਾਣਾ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਉਹ ਸਾਰੇ ਪੱਤਰਕਾਰ ਸੱਜਣ ਪੰਜਾਬ ਭਵਨ ਤੋਂ ਬਾਹਰ ਜਿੱਥੇ ਬਾਕੀ ਮੀਡੀਆ ਖੜ੍ਹਾ ਸੀ ਉਹਨਾਂ ਵਿੱਚ ਜਾ ਕੇ ਸ਼ਾਮਲ ਹੋ ਗਏ। ਇਸ ਉਪਰੰਤ ਸਾਡੀ ਵਿਭਾਗੀ ਪਾਰਟੀ ਸ਼ੁਰੂ ਹੋਈ, ਜਿਸ ਦੇ ਕੁਝ ਅੰਸ਼ ਵੀਡੀਓ ਅਤੇ ਆਡੀਓ ਦੇ ਰੂਪ ਵਿੱਚ ਪੇਸ਼ ਨੇ। ਇਹ ਸਾਡੀ ਟੀਮ ਹੈ ਜਿਹੜੀ ਅੱਜ ਜੇਤੂ ਹੈ। ਸਣੇ ਮੇਰੇ ਹਾਂਜੀ बैग चेक दीदी बैग करवा दो आज सेक्रेटरी साहब श्री के यादव जी, साडे पब्लिक रिलेशन के नवे डायरैक्टर साहब डॉक्टर सबीर जरंगल जी, साडे JDA साहब जो नवे आए शाह गोपाल सिंह जी, साडे मैम सिंह दुग्गल जी, साडे जिन्हां दी अज रिटायरमेंट पार्टी लई असीं सारे इकट्ठे होए हां, बहुत ही सत्कारयोग डॉक्टर अजीत कंवल सिंह हमदर्द जी, लांबा जी, ते साडे सारे ही अधिकारी साहबान हैडकुआटर ते जिले तो आए ने, ते अजीत कंवल जी के परिवार तो उन्हां दे धर्म पत्नी श्रीमती बलजिंदर कौर जी, उन्होंने बिटिया ਅੱਜ ਦੀ ਮਹਿਫਲ ਦੇ ਸਭ ਤੋਂ ਵੱਡੇ ਹੀਰੋ ਕਹਾਂਗੇ ਡਾਕਟਰ ਅਜੀਤ ਕੰਵਲ ਜੀ। ਅਸ਼ਵਿੰਦਰ ਜੀ ਨੇ ਬੜਾ ਉਹਨਾਂ ਦਾ ਬਰੀਫ ਦੇ ਬਾਰੇ ਦੱਸਿਆ। ਜਿਹੜੀ ਉਹਨਾਂ ਨੇ ਸਟੂਡੈਂਟ ਦੀ ਗੱਲ ਕੀਤੀ, ਸਾਡੇ ਪ੍ਰੀਤ ਕੰਵਲ ਨੇ PRO, ਉਹਨਾਂ ਦੇ ਸਟੂਡੈਂਟ ਵੀ ਨੇ ਤੇ ਸਰਬਜੀਤ ਸਿੰਘ ਸਾਡੇ PRO ਤੇ ਰਤੂ ਸਾਹਿਬ। ਮੈਂ ਉਹ ਦੱਸ ਰਿਹਾ ਸੀਗਾ ਵੀ ਡਿਪਾਰਟਮੈਂਟ ਦੇ ਵਿੱਚ ਵੀ ਉਹਨਾਂ ਦੇ ਸਟੂਡੈਂਟ ਆ। ਪ੍ਰੀਤ ਕੰਵਲ ਤੇ ਅਸੀਂ ਇੱਕੋ 2011 ਬੈਚ ਜਦੋਂ ਭਰਤੀ ਹੋਏ ਸੀ ਤਾਂ ਡਾਕਟਰ ਅਜੀਤ ਕੰਵਲ ਸੀ ਉਦੋਂ PRO ਸੀ CM ਆਫਿਸ 'ਚ, ਤੇ ਅਸੀਂ ਜੋ ਪਹਿਲੇ ਦਿਨ ਜੁਆਇਨਿੰਗ ਹੋਈ ਤਾਂ ਬੜੇ ਚਾਅ ਨਾਲ ਅਸੀਂ ਜਦੋਂ 2 ਫਲੋਰ ਤੇ ਲਾਂਬਾ ਸਾਹਿਬ ਤੇ ਮੇਘਾ ਸਿੰਘ ਨੂੰ ਮਿਲੇ ਤਾਂ ਉਦੋਂ ਪ੍ਰੀਤ ਨੇ ਇੰਟਰੋਡਕਸ਼ਨ ਕਰਾਈ ਸੀ ਮੇਰੇ ਟੀਚਰ ਨੇ, ਤੇ ਉਹ ਸਾਡੀ ਪਹਿਲੀ ਇੰਟਰੋਡਕਸ਼ਨ ਸੀ ਡਾਕਟਰ ਅਜੀਤ ਕੰਵਲ ਜੀ ਨਾਲ। ਸਰ ਨੇ ਗੱਲ ਦੱਸੀ ਆ ਵੀ ਇਹਦੇ ਤਜਰਬਿਆਂ ਦੀ। ਪਿਛਲੇ ਸਮੇਂ 'ਚ ਵਰਿੰਦਰ ਵਾਲੀਆ ਸਰ ਦਾ ਮੈਨੂੰ ਫੋਨ ਆਇਆ, ਮੈਂ ਅਖਬਾਰਾਂ 'ਚ ਲਿਖਦਾ ਰਹਿੰਦਾ, ਕਹਿੰਦੇ ਨਵਦੀਪ ਅਜੀਤ ਕੰਵਲ ਜੀ ਜੋ ਲਿਖ ਰਹੇ ਆ ਉਹਨਾਂ ਦੇ ਸਾਨੂੰ ਇੱਕ ਰੇਖਾ ਚਿੱਤਰ ਚਾਹੀਦਾ ਹੈ। ਤੇ ਮੇਰੀ ਉਹਨਾਂ ਨੇ ਡਿਊਟੀ ਲਾਈ ਤੇ ਸਰ ਨੇ ਉਹਨਾਂ ਦਿਨਾਂ 'ਚ ਐਗਜ਼ੀਬਿਸ਼ਨ ਕਰਾਈ ਸੀ ਆਰਟ ਕਾਉਂਸਲ ਦੇ ਵਿੱਚ, ਤੇ ਕਹਿੰਦੇ ਰੇਖਾ ਚਿੱਤਰ ਲਿਖਣਾ। ਤੇ ਮੈਂ ਉਦੋਂ ਸਰ ਦੀ ਪਹਿਲੀ ਵਾਰ ਫਾਰਮਲ ਇੰਟਰਵਿਊ ਕੀਤੀ 3 ਸਾਲ ਪਹਿਲਾਂ। ਤੇ ਹਾਲਾਂਕਿ ਜਦੋਂ ਨਾਲ ਵਿਚਰਦੇ ਹੁੰਦੇ ਉਹਨਾਂ ਦੀਆਂ ਬਹੁਤ ਗੱਲਾਂ ਪਤਾ ਹੁੰਦੀਆਂ, ਪਰ ਉਦੋਂ ਮੈਨੂੰ ਫਾਰਮਲ ਇੰਟਰਵਿਊ 'ਚ ਇਹਨਾਂ ਦੇ ਬਹੁਤ ਨਵੇਂ ਪਹਿਲੂ ਪਤਾ ਲੱਗੇ। ਇਹਨਾਂ ਨੇ ਆਪਦੇ ਬਕਰੀ ਚੜ੍ਹਦੀ ਜਵਾਨੀ ਵੇਲੇ ਉਸ ਪਲੇ ਵੀ ਲਿਖੇ। ਉਸ ਜਿਹੜੀ ਗੱਲ ਕਰ ਰਹੇ ਸੀ ਇਸ ਤੋਂ ਪਹਿਲਾਂ DPR ਸਰ ਇਨਫਾਰਮਲ ਡਿਸਕਸ਼ਨ ਦੇ ਵਿੱਚ ਵੀ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਬਹੁਤ ਕੁਝ ਕਰਨਾ। ਮੇਰੇ ਖਿਆਲ 'ਚ ਪਰ ਸਾਲ ਬਾਅਦ ਸਾਡੀ ਪਹਿਲੀ ACR ਲਿਖੀ ਤਾਂ ਇਹਨਾਂ ਨੇ ਸਾਡੇ 'ਚ ਕਮੈਂਟ ਲਿਖੇ, ਉਹ ਬੜੇ ਕਮਾਲ ਦੇ ਸੀਗੇ। ਹਾਲਾਂਕਿ ਅਸੀਂ ਇਹਨਾਂ ਨਾਲ ਨਾਰਾਜ਼ ਵੀ ਹੋਏ ਵੀ ਸਰ ਤੁਸੀਂ ਬੋਲ ਕੇ ਵੀ ਸਾਡੇ ਨਾਲ ਮਾੜੀ ਕਰ ਲਈ ਤੇ ਲਿਖ ਕੇ ਵੀ ਮਾੜੀ ਕਰ ਲਈ, ਤੇ ਪਰ ਇਹਨਾਂ ਦੀ ਵੱਡੀ ਗੱਲ ਹੁੰਦੀ ਸੀ ਵੀ ਹੱਸ ਕੇ ਵੀ ਸਾਨੂੰ ਗੱਲ ਕਹਿ ਦਿੰਦੇ ਸੀ। ਤੇ ਕੱਲ ਵੀ ਜਦੋਂ ਪ੍ਰੈਸ ਕਾਨਫਰੰਸ ਲਈ ਮੀਡੀਆ ਦੀ ਕੰਟਰੋਲ ਦੀ ਵਾਰੀ ਸੀ, ਸਰ ਦਾ ਫੋਨ ਇੱਕਦਮ ਆ ਰਿਹਾ ਸੀ ਤੇ ਸਰ ਨਾਲ ਸਾਡੀ ਬਹਿਸ ਵੀ ਹੋ ਜਾਂਦੀ ਸੀ, ਕਿਉਂਕਿ ਸਾਨੂੰ ਕਿਤੇ ਇਹ ਲੱਗਦਾ ਨਹੀਂ ਹੁੰਦਾ ਸਾਡੇ ਸੀਨੀਅਰ ਆ, ਪਰ ਅਸੀਂ ਇਹਨਾਂ ਨੂੰ ਆਪਣੇ ਵੱਡੇ ਭਰਾ ਵਾਂਗੂ ਵੀ ਕਿਤੇ ਬਹਿਸ ਲੈਂਦੇ ਸੀ ਤੇ ਜਿੱਦ ਲੈਂਦੇ ਸੀਗੇ। ਤੇ ਜਿਹੜੀ ਗੱਲ ਸ਼ਵਿੰਦਰ ਜੀ ਨੇ ਵੀ ਕਹੀ ਆ ਵੀ ਫੈਮਿਲੀ ਵੀ ਸਾਰੀ ਆਈ ਆ, ਵੀ ਫੈਮਿਲੀ ਨੇ ਕੰਪੈਲ ਕਰਕੇ ਕਿਹਾ ਰਿਟਾਇਰਮੈਂਟ ਲਈ। ਫੈਮਿਲੀ ਨੂੰ ਟਾਈਮ PR 'ਚ ਦੇਣਾ ਬਹੁਤ ਔਖਾ ਸਾਡੇ ਲਈ, ਜਿਸ ਤਰ੍ਹਾਂ ਦੇ ਸਾਡੇ ਵਜੇਵੇ ਰਹਿੰਦੇ ਨੇ। ਤੇ ਅਸੀਂ ਇਹੀ ਬੈਸਟ ਵਿਸ਼ੇਸ ਦੇਵਾਂਗੇ ਸਰ ਨੂੰ ਵੀ ਹੁਣ ਫੈਮਿਲੀ ਨੂੰ ਟਾਈਮ ਦੇਣ। ਆਪਣਾ ਸਰ ਦਾ ਬੇਟਾ ਵੀ ਕੈਨੇਡਾ ਹੈਗਾ, ਸਰ ਹੁਣ ਫਲਾਈਟਾਂ ਵੀ ਖੁੱਲ ਜਾਣਗੀਆਂ, ਸਰ ਕੈਨੇਡਾ ਦਾ ਵੀ ਟੂਰ ਕਰਕੇ ਆਉਣ। ਤੇ ਦੂਜੀ ਗੱਲ ਇਹ ਆ ਵੀ ਸਰ ਦੇ ਵਿੱਚ ਜਿਹੜਾ ਮੈਂ ਟੈਲੈਂਟ ਦੇਖਿਆ
ਛੋਟੇ ਸ਼ਬਦਾਂ 'ਚ ਵੱਡੀ ਗੱਲ ਕਹਿੰਦਾ, ਕਿਉਂਕਿ ਇਹਨਾਂ ਦੇ ਜਿਸ ਤਰ੍ਹਾਂ ਦੱਸਿਆ ਖੂਨ ਦੇ ਵਿੱਚ ਇਹਨਾਂ ਦੇ ਪੱਤਰਕਾਰੀ ਆ। ਡਾਕਟਰ ਸਾਊ ਸਿੰਘ ਹਮਦਰਦ ਦੀ ਲੈਗਸੀ ਆ, ਉਹਨਾਂ ਦੇ ਪੋਤਰੇ ਨੇ, ਤੇ ਉਹ ਦੋ ਛੋਟੀਆਂ ਗੱਲਾਂ ਦੇ ਵਿੱਚ ਵੀ ਗੱਲ ਕਰ ਜਾਂਦੇ ਸੀਗੇ, ਉਹ ਵੱਡੇ ਵੱਡੇ ਲੇਖਾਂ ਦੇ ਵਿੱਚ ਵੀ ਅਸੀਂ ਗੱਲ ਨਹੀਂ ਕਰ ਸਕਦੇ। ਤੇ ਅਸੀਂ ਆਸ ਕਰਾਂਗੇ ਵੀ ਸਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਚੀਜ਼ ਨੂੰ ਕੰਟੀਨਿਊਸ ਰੱਖਣਗੇ। ਤੇ ਮੈਂ ਇਹੀ ਦੁਆ ਕਰਦਾਂਗਾ। ਤੇ ਬਾਕੀ ਅਸੀਂ ਫਾਰਮਲ ਹਰ ਵਾਰ ਕਹਿੰਦੇ ਆ ਵੀ ਰਿਟਾਇਰਮੈਂਟ ਤੋਂ ਬਾਅਦ ਸਾਡਾ ਅੰਗ ਰਹਿਣਗੇ, ਪਰ ਮੈਂ ਸੱਚੋ ਦਿਲੋਂ ਕਹਿੰਦਾ ਸਰ ਜਿੱਥੇ ਵੀ ਸਾਡੀ ਜਿਵੇਂ ਹੁਣ ਸਾਡੀ ਲਿਖਤੀ ਡਿਊਟੀ ਲਾ ਦਿੰਦੇ ਹੁੰਦੇ ਸੀਗੇ, ਸਾਡੀ ਜਵਾਨੀ ਵੀ ਅੱਗੇ ਕਿਤੇ ਡਿਊਟੀ ਲਾਉਣਗੇ ਤਾਂ ਅਸੀਂ ਉੱਥੇ ਹਾਜ਼ਰ ਹੋ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ। मैं थोड़ा भावुक हाँ क्योंकि डे 1 जो मैं ज्वाइन किया सी इत्थे तां मैनू कुदरती तौर पर इन्हां दी उंगली का सहारा मिलिया सीगा। ते क्या काफ़ी साथियों ने कहा कि डॉक्टर साहब की शख्सियत के बारे जे सम अप करना होवे तो मैं सिर्फ मैनू एक लाइना मैं हुणी बैठा याद करता पाया सी, तो वो सी कि ये वो नाम नहीं, ये रेत पे लिखा वो नाम नहीं जिसे लहरें मिटा दे, ये रेत पे लिखा वो नाम नहीं जिसे लहरें मिटा दे, ये वो नाम है जो दिलों में छुपा है। जिथे जाएंगे उथे अपनी जगह बना लेंगे, ये कोई शक की गल नहीं है। मैं ये भी सोचता कि इन्होंने ये सिर्फ आप सारे एक दूजे को दिल में हौसला दे रहे हैं कि इन्होंने गां की करना है या नहीं करना। इन्होंने अपना जिहड़ा अगला प्रोग्राम आ वो इन्होंने बनाया हुआ है। जिहड़ी इन्हां दी लिखतां आ वो मैनूं लगदियां अगे थोड़ा जिहा घुट के लिखदे सी, हुण जिहड़े जज्बात ने जिहड़े घुट के लिखदे सन हुण पूरी तरह मैं आस करदा कि जिवें इन्होंने प्रोफैशनल कमिटमेंट के नाल इंटैग्रिटी के नाल मेहनत के नाल इस महकमे दे विच जगह बनाई है, आने वाली अपनी जिंदगी दे विच ये अपने परिवार के नाल समा बिताएंगे ते नाल दे नाल सानू सेहत दिंदे रहेंगे तां जो असी अपने आने वाले समय दे विच जिहड़े भी चुनौतियां हैगियां उन्हां दा सामना कर सकीए। इन्हां गल्लां दे नाल मैं एक बार फिर डॉक्टर साहब नूं शुभकामनावां दिंदा। जय हिंद। डॉक्टर साहब SIPN मैडम, जॉइंट डायरेक्टर एडमिन सर गोपाल सिंह जी, लावा साहब ते मेरे उस्ताद डॉक्टर जीत कमल। मैं ईश्वरिंदर की गल का जवाब दे रहा। मैं कोई चोरी नहीं की, मेरे उस्ताद ने सर मैं इन्हों को ही लिखना सीखा, थोड़ा बहुत ज़्यादा लिखने की कोशिश करता। जो पहली 4 लाइनां लिखियां डॉक्टर साहब ने सोधियां, काफ़ी कम इन्हों तो एडिट करवाया, मैं भी करवाना नहीं है मुकरदा नहीं, पर चोरी तो चंगे शब्द इन्होंने सारे ये गल भी सर क्लीयर करनी चाहता कि असी एक असूल से साडा दोनों का कि असी 5 बजे तो पहला कदे साहित्य डिस्कस नहीं किया। असी 5 बजे तो बाद ड्यूटी खत्म करने तो बाद 1 घंटा दोनों इकट्ठे बैठते सी ते काफ़ी मतलब काफ़ी कुछ सीखने का मौका मिला। डॉक्टर साहब नाल असी तो लगभग 1.5 साल बाद डिपार्टमेंट 2 साल बाद ज्वाइन किया जी, पर एक ऐसा रहा कि मैनू CMO डॉक्टर साहब ने रिप्लेस किया। उस तो बाद भी असी डिप्टी जो ने एक दूजे को असी रिप्लेस करते रहे, कदे ये ब्रेस्ट तो इस तरह साडा रहा सिस्टम। पर एज ए पर्सन एज ए कलीग हिज मोस्ट एडमायरेबल पर्सन। किसी भी गल दे विच मैं देखिया जी जो सब तो वध मैं सर्वलेस मैनू पब्लिक रिलेशन मैं बिना शक कह सकता पब्लिक रिलेशन के सब तो सर्वलेस ऑफिसर जो मैंने मिले तो डॉक्टर जीत कमल। इन्होंने हमेशा अपने हितों में अपने हितों को पीछे रखे जी, हमेशा दूसरे को प्रमोट करने की कोशिश की। इन्होंने बहुत अच्छा समा बीतिया जी, बहुत कुछ सीखने को मिला। तो हुण भविष्य भी मैं यही परमात्मा अगे दुआ करदा कि डॉक्टर साहब तंदुरुस्त रहन। तो उम्मीद है कि पंजाबी साहित्य की झोली में बड़ा पंजाबी साहित्य बड़मुला योगदान पाउणगे। एक सर मैं इत्थे गल ये भी क्लीयर कर दिया कि पंजाब के अंदर पिक्टो पोइट्री मतलब तस्वीर के नाल कविता का जो सुमेल है सर डॉक्टर साहब पायनियर नहीं होते, जिन्होंने सब तो पहला पिक्टो पिक्टोरियल इन्हों की ही एग्जीबिशन लगी सी। ते इन्होंने हमेशा मतलब नवे भी जो कोई साडा लड़का लिखता उन्होंने हमेशा प्रेरिया जी। तो उम्मीद है कि आने वाले दिनों में क्योंकि टैक्स सेवी भी ने किसी न किसी रूप के साहित्य की चंगी सेवा करनगे
ਇਹਨਾਂ ਦੀ ਚੰਗੀ ਸਿਹਤ ਤੇ ਚੰਗੇ ਭਵਿੱਖ ਦੀ ਮੈਂ ਕਾਮਨਾ ਕਰਦਾ ਹੋਇਆ ਆਪਣੀਆਂ ਦਿਲੀ ਸ਼ੁਭੇਛਾਵਾਂ ਦਿੰਦਾ ਹਾਂ। ਤੇ ਮੈਂ ਡਾਕਟਰ ਸਾਹਿਬ ਨੂੰ ਇੱਕ ਵਾਰ ਫੇਰ ਕਹਿਣਾ ਕਿ ਜਦ ਵੀ ਡਾਕਟਰ ਸਾਹਿਬ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਯਾਦ ਕਰਨਗੇ, ਅਸੀਂ ਇਹਨਾਂ ਦੇ ਨਾਲ ਪਹਿਲਾਂ ਵਾਂਗ ਹੀ ਭਰਾਵਾਂ ਵਾਂਗ ਹੀ ਖੜੇ ਹਾਂ ਤੇ ਖੜੇ ਰਹਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਰਣਦੀਪ ਜੀ। ਇਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਸਾਹਿਤ ਹੈ 5 ਵਜੇ ਤੋਂ ਬਾਅਦ ਡਿਸਕਸ ਕਰਦੇ ਸੀ ਸਰ। 5 ਵਜੇ ਤੋਂ ਪਹਿਲਾਂ ਤਾਂ ਸਾਹਿਤ ਨਿਕਲਦਾ ਹੀ ਨਹੀਂ ਜੀ। ਜਾ ਕੇ 7-8 ਵਜੇ ਨੂੰ ਸ਼ਾਮ ਨੂੰ ਜਦੋਂ ਪ੍ਰੈਸ਼ਰ ਕਰਦਾ ਜੀ, ਉਹ ਤੋਂ ਬਾਅਦ ਸਾਹਿਤ ਨਿਕਲਣਾ ਸ਼ੁਰੂ ਹੁੰਦਾ ਜੀ। ਤੇ ਪਰ ਇਹ ਜੋੜੀ ਹੈ ਸਰ, ਬਹੁਤ ਇਹਨਾਂ ਦਾ ਇੱਕ ਦੂਜੇ ਦੇ ਨਾਲ ਬਹੁਤ ਅੱਛਾ ਸਮਾਂ, ਸਾਰਿਆਂ ਦਾ ਹੀ ਅੱਛਾ ਸਮਾਂ ਲੰਘਿਆ ਸਰ। ਅਸੀਂ ਕਿਉਂਕਿ ਇੰਨਾ ਪ੍ਰੈਸ਼ਰ ਹੁੰਦਾ, ਫਿਰ ਇੱਕ ਦੂਜੇ ਨੂੰ ਮਖੌਲ ਕਰਕੇ ਹੱਸ ਖੇਡ ਕੇ ਅਸੀਂ ਸਰ ਸਮਾਂ ਕੱਢ ਲਈਦਾ ਜੀ। ਤੇ ਹੁਣ ਬੇਨਤੀ ਕਰਾਂਗੇ, ਮੈਨੂੰ ਲੱਗਦਾ ਸੈਕਟਰੀ ਸਾਹਿਬ ਅੱਗੇ ਆ ਚੁੱਕੇ ਨੇ, ਤੇ ਸਾਡੀ ਇੱਕ ਬੇਨਤੀ ਆ 3-4 PRO ਤਿਆਰ ਰਹਿਣ। ਜੇ ਉਧਰੋਂ ਸੱਦਾ ਆ ਗਿਆ ਚੰਨੀ ਸਾਹਿਬ ਸਿੱਧੂ ਸਾਹਿਬ ਵਾਲਾ, ਆਪਾਂ ਉਹ ਮੋਰਚਾ ਵੀ ਸਾਹਮਣਾ। ਤੇ ਡਾਕਟਰ ਸਾਹਿਬ ਨੂੰ ਨਹੀਂ ਅੱਜ ਅਸੀਂ ਇਹ ਕਸ਼ਟ ਦੇਣਾ, ਕਿਉਂਕਿ ਪਹਿਲਾ ਜਿਹੜਾ ਵੱਡਾ ਮੋਰਚਾ ਇਹ ਹੱਲ ਕਰਕੇ ਆਏ ਨੇ। ਬੇਨਤੀ ਕਰਾਂਗੇ ਸਾਡੇ ਐਡੀਸ਼ਨਲ ਡਾਇਰੈਕਟਰ ਸੁਖਵਿੰਦਰ ਸਿੰਘ ਲਾਂਬਾ ਜੀ, ਜਿਨ੍ਹਾਂ ਦਾ ਅਜੀਤ ਕੰਵਲ ਜੀ ਨਾਲ ਲੰਮਾ ਸਮਾਂ ਸਾਥ ਰਿਹਾ। ਲੰਮਾ ਸਮਾਂ ਉਹਨਾਂ ਨੇ CM ਟੀਮ ਦੇ ਵਿੱਚ ਕੰਮ ਕੀਤਾ। ਸਾਡੇ ਬਹੁਤ ਸਤਿਕਾਰਯੋਗ ਲਾਂਬਾ ਜੀ। ਅੱਜ ਦੇ ਸਾਡੇ ਇਸ ਸਮਾਗਮ ਵਿੱਚ ਸਾਡੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਫਾਰਮਰ SIPR ਸਰ ਗੁਰਕਿਰਤ ਕਿਰਪਾਲ ਸਿੰਘ ਜੀ ਵੀ ਆਏ ਨੇ। ਉਹਨਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ, ਕਿਉਂਕਿ ਇਹ ਅੱਜ ਦਾ ਜੋ ਸਮਾਗਮ ਉਹ ਗੁਰਕੀਰਤ ਸਰ ਨੂੰ ਫੇਅਰਵੈਲ ਦੇਣ ਲਈ, ਕਿਉਂਕਿ ਉਹਨਾਂ ਨੇ ਬਹੁਤ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਜੋ ਲੰਮਾ ਸਮਾਂ ਕੰਮ ਕੀਤਾ, ਉਹ ਵੀ ਇੱਕ ਇਤਿਹਾਸ ਉਕਰਿਆ ਗਿਆ ਤੇ ਉਹਨਾਂ ਨੇ ਲੰਮਾ ਜਿਹੜੀ ਸੇਵਾ ਹੈਗੀ ਉਹ ਹਮੇਸ਼ਾ ਯਾਦ ਰੱਖੀ ਜਾਏਗੀ। ਉਹਨਾਂ ਨੂੰ ਵੀ ਅਸੀਂ ਜੀ ਆਇਆਂ ਆਖਦੇ ਹਾਂ। ਤੇ ਹੁਣ ਬੇਨਤੀ ਹੈ ਲਾਂਬਾ ਜੀ ਨੂੰ ਵੀ ਅਜੀਤ ਕੰਵਲ ਜੀ ਬਾਰੇ ਜਾਂ ਜੋ ਵੀ ਉਹਨਾਂ ਦੇ ਮਨ ਦੇ ਵਲਵਲੇ ਨੇ ਉਹ ਸਾਡੇ ਨਾਲ ਸਾਂਝੇ ਕਰਨਗੇ। ਲਾਂਬਾ ਜੀ। ਮਾਨਯੋਗ ਸਾਡੇ ਫਾਰਮਰ ਸੈਕਟਰੀ ਗੁਰਕੀਰਤ ਕਿਰਪਾਲ ਜੀ, ਪ੍ਰੈਜ਼ੈਂਟ ਸੈਕਟਰੀ KK ਯਾਦਵ ਜੀ, ਸਾਡੇ DIPR ਸਾਹਿਬ ਸੁਨੀਤਾ ਨੰਗਲ ਜੀ, ਸਾਡੇ ਸਪੈਸ਼ਲ ਸੈਕਟਰੀ ਪਬਲਿਕ ਰਿਲੇਸ਼ਨਸ ਡਾਕਟਰ ਮਿਸਟਰ ਸੇਨੂ ਦੁੱਗਲ, JDA ਸਰਦਾਰ ਗੋਪਾਲ ਸਿੰਘ ਜੀ, ਤੇ ਅੱਜ ਦੀ ਇਸ ਸ਼ਾਮ ਦੇ ਸਾਡੇ ਵਿਸ਼ੇਸ਼ ਮਹਿਮਾਨ ਡਾਕਟਰ ਅਜੀਤ ਹਮਦਰਦ ਜੀ, ਜੋ ਅੱਜ ਲਗਭਗ 25 ਸਾਲ ਦੀ ਸੇਵਾ ਤੋਂ ਬਾਅਦ ਨਿਵਰਤ ਹੋ ਰਹੇ। तो मैं इत्थे दसना चाहांगा, डॉक्टर साहब नाल मेरा CMO ਦੇ ਵਿੱਚ ਲਗਭਗ 9.5 ਸਾਲ ਦਾ ਸਮਾਂ ਇਹਨਾਂ ਨੇ ਮੇਰੇ ਨਾਲ CMO ਦੇ ਵਿੱਚ ਬਿਤਾਇਆ, ਜਿਹਦੇ ਚੋਂ ਪਹਿਲੀ ਪੂਰੀ ਟਰਮ ਕੈਪਟਨ ਸਾਹਿਬ ਦੀ ਸੀ 2002 ਤੋਂ ਲੈ ਕੇ ਆਲਮੋਸਟ ਮਤਲਬ 7 ਤੱਕ। ਉਸ ਤੋਂ ਬਾਅਦ ਡਾਕਟਰ ਸਾਹਿਬ ਫਿਰ ਰਹੇ ਤੇ ਉਸ ਤੋਂ ਬਾਅਦ ਇਹ ਡਿਪਟੀ ਡਾਇਰੈਕਟਰ ਪ੍ਰਮੋਟ ਹੋ ਕੇ ਮੇਰੇ ਕੋਲੋਂ CMO 'ਚ ਚਲੇ ਗਏ। लेकिन डॉक्टर साहब ने बखूबी ड्यूटी जो सब तो सेंसिटिव ड्यूटी है वो है डिप्टी डायरेक्टर या जॉइंट डायरेक्टर प्रैस की, जोड़ा कि क्योंकि मीडिया जोड़ा है भूंडा का खक्कर आ, एक नूं हथ लाया नहीं सारे चुंबड़ जाते हैं। वो चुंबड़ते भी है, एक तो डंग लग के कोई बच पुच जाता है तो सोजा ही पा देते बंदे। तो इस करके डॉक्टर साहब ने बड़ी बखूबी बहुत सोहने ढंग के नाल सेवा निभाई है। उस दे विच सब तो वड्डा ये सी कि इन्हां च समा बड़ा सी। वो एक ऐड आउंदी है ना, कूल कूल नवरत्न तेल वाली, सही मायने दे पुछ लो तो नवरत्न तेल दा बदल ले। जे बंदा कोई अक्या भी होवे किसी वेले परेशान होवे ते डॉक्टर साहब की गोदी जाके बह जाए तो मैं कहना ठंड पा देते। वो जिहड़ा कूल कूल भी ना कूल है नहीं हो। सो बहुत ही खुश तबीयत के मालिक, चंगा इन्होंने नामना खटिया विभाग च, लिगेसी इन्हों की बड़ी महान है। ये पोतरे ने अपने अजीत अखबार के बानी डॉक्टर हमदर्द साधु सिंह हमदर्द जी दे
ਸੋ ਇਹਨਾਂ ਨੂੰ ਮੈਂ ਤਾਂ ਇਹ ਕਹਿੰਦਾ ਬਹੁਤ ਚੰਗਾ ਕੀਤਾ ਜਿਹਨਾਂ ਨੇ ਦੁਬਾਰਾ ਐਕਸਟੈਂਸ਼ਨ ਜਾਂ ਹੋਰ ਕੰਮ ਨਹੀਂ ਕੀਤਾ, ਕਿਉਂਕਿ ਸਮਾਂ ਹੁਣ ਇਹ ਜਿਹੜਾ ਸਮਾਂ ਹੁੰਦਾ ਇਹ ਸਮਾਂ ਹੈ ਸਾਨੂੰ ਆਪਣੇ ਪਰਿਵਾਰ ਨੂੰ ਦੇਣਾ। ਸਾਡੇ ਤੇ ਘਰੇਲੂ ਜ਼ਿੰਮੇਵਾਰੀਆਂ ਨੇ, ਪਬਲਿਕ ਰਿਲੇਸ਼ਨ ਦੇ ਵਿੱਚ ਰਹਿ ਕੇ ਅਸੀਂ ਆਪਣੇ ਪਰਿਵਾਰ ਨਾਲ ਇਨਸਾਫ ਨਹੀਂ ਕਰ ਸਕਦੇ। ਇਹ ਇੱਕ ਸੱਚਾਈ ਹੈ ਔਰ ਮੈਂ ਇਹ ਆਪਣੇ ਪਿੰਡੇ ਤੇ ਹੰਡਾਈ ਹੈ। ਤੁਸੀਂ ਕਿਸੇ ਵੇਲੇ ਕਹਿ ਦਿੱਤਾ ਆਪਣੀ ਮੈਡਮ ਨੂੰ ਬਈ ਆ ਸ਼ਾਬੀ ਜੀ ਅਸੀਂ ਉੱਥੇ ਜਾਵਾਂਗੇ ਫਿਲਮ ਦੇਖਣ ਤੇ ਮੈਂ ਟਾਈਮ ਸਿਰ ਆ ਰਿਹਾ। ਇੱਕ ਦੋ ਵਾਰੀ ਮੇਰੇ ਨਾਲ ਹੋਇਆ। ਉਹ ਹੋਇਆ ਕਿ ਮੈਂ ਜਾ ਕੇ ਕਹਿ ਦਿੱਤਾ ਵੀ ਭਗਵਾਨ ਤਿਆਰ ਰਹੀ ਅੱਜ ਫਿਲਮ ਚੱਲਾਂਗੇ, ਤੇ ਇੱਥੇ ਮੇਰੇ ਆਪਣੇ ਐਡੀਸ਼ਨਲ ਡਾਇਰੈਕਟਰ ਪਿਆਰਾ ਸਿੰਘ ਭੋਪਾਲ ਹੁੰਦੇ ਸੀ, ਡਿਊਟੀ ਲਾ ਦਿੱਤੀ ਮੇਰੀ, ਕਹਿੰਦੇ ਜਾ ਵੀ ਰਾਜ ਭਵਨ ਜਾ ਗਵਰਨਰ ਸਾਹਿਬ ਦਾ ਫੰਕਸ਼ਨ ਹੈ। ਤੋ ਮੈਨੂੰ ਪਤਾ ਉਸ ਤੋਂ ਬਾਅਦ ਫਿਰ ਘਰੇ ਜਾ ਕੇ ਕੀ ਹਾਲਾਤ ਹੁੰਦੇ ਨੇ, ਤੇ ਉਸ ਵੇਲੇ ਤਾਂ ਹੁਣ ਤਾਂ ਛੱਡ ਦਿੱਤਾ। ਉਸ ਵੇਲੇ ਅੰਡਾ ਬਣਾ ਕੇ ਭੁਰਜੀ ਦੇ ਨਾਲ ਹੀ ਰੋਟੀ ਖਾ ਲੈਂਦੇ, ਅਗਲੀ ਕਹਿੰਦੀ ਆਪੇ ਬਣਾ ਤੇ ਆਪੇ ਖਾ। ਸੋ ਮੇਰਾ ਕਹਿਣ ਦਾ ਭਾਵ ਹੈ ਬੜੀ ਚੁਣੌਤੀਆਂ ਭਰਿਆ ਇਹ ਆਪਣਾ ਡਿਪਾਰਟਮੈਂਟ ਹੈ। ਮੈਂ ਲਾਈਟਰ ਵੇਨ 'ਚ ਗੱਲ ਕਰ ਰਿਹਾ ਸੀ, ਪਰ ਡਾਕਟਰ ਸਾਹਿਬ ਨੇ ਇੱਕ ਮੈਂ ਇਹ ਇਸ ਦੀ ਸ਼ਲਾਘਾ ਦੇ ਪਾਤਰ ਨੇ ਕਿ ਇਹਨਾਂ ਨੇ ਪਰਿਵਾਰ ਦੇ ਨਾਲ, ਇਹਨਾਂ ਦੇ ਪਿਤਾ ਜੀ ਬਹੁਤ ਲੰਮੇ ਸਮੇਂ ਤੋਂ ਹੀ ਬੈੱਡ ਰਿਡਨ, ਤੇ ਇਹਨਾਂ ਦੇ ਮਾਤਾ ਜੀ ਜਿਹੜਾ ਇਹ ਪਹਿਲੂ ਹੈ ਇਹਨਾਂ ਨੇ ਮਤਲਬ ਇਹਨਾਂ ਕੋਲੇ ਡੇਢ ਮਹੀਨਾ 2 ਮਹੀਨੇ ਛੁੱਟੀ ਲੈ ਕੇ ਵੀ ਆਪਣੇ ਮਾਤਾ ਪਿਤਾ ਦੀ ਨਿਰੰਤਰ ਸੇਵਾ ਕੀਤੀ। ਮਾਤਾ ਜੀ ਤਾਂ ਪਿੱਛੇ ਗੁਰਪੁਰੀ ਸੁਧਾਰ ਗਏ ਥੋੜੀ ਦੇਰ ਪਹਿਲੋਂ, ਲੇਕਿਨ ਪਿਤਾ ਜੀ ਨੂੰ ਇਹਨਾਂ ਨੇ ਪੂਰਾ ਟਾਈਮ ਦਿੱਤਾ। ਔਰ ਮੈਂ ਕਹਿਣਾ ਚਾਹੁੰਦਾ ਹੀ tried to strike a perfect balance with his profession as well as towards his domestic duties also, which is really appreciable. So ਜ਼ਿੰਮੇਵਾਰੀਆਂ ਕਿੰਨੀਆਂ ਵੀ ਹੋਣ, ਡਾਕਟਰ ਸਾਹਿਬ ਤੋਂ ਇਹੀ ਸੇਧ ਲੈਣ ਵਾਲੀਆਂ ਗੱਲਾਂ ਨੇ ਕਿ ਆਪਣੇ ਮਾਂ ਪਿਓ ਜਿਨ੍ਹਾਂ ਨੇ ਸਾਨੂੰ ਅੱਜ ਅਹੁਦਿਆਂ ਤੱਕ ਪਹੁੰਚਾਇਆ ਉਹਨਾਂ ਦੇ ਪ੍ਰਤੀ ਅਸੀਂ ਬਿਲਕੁਲ ਵੀ ਵੇਸਲੇ ਨਾ ਹੋਈਏ, ਤੇ ਉਹ ਸਾਡੀ ਪ੍ਰਾਇੋਰਟੀ ਹੋਣੇ ਚਾਹੀਦੇ ਨੇ। ਤੇ ਡਾਕਟਰ ਸਾਹਿਬ ਨੇ, ਤੇ ਮੈਂ ਤੇ ਡਾਕਟਰ ਸਾਹਿਬ ਦੇ ਇੱਕ ਚੰਗੇ ਅੱਗੇ, ਬਾਕੀ ਇਹਨਾਂ ਦੀਆਂ ਸਾਹਿਤਕ ਰੁਚੀਆਂ ਬਾਰੇ ਬਹੁਤ ਕੁਝ ਕਿਹਾ ਗਿਆ, ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ। ਤੇ ਹੁਣ ਮਾੜਾ ਮੋਟਾ ਮੈਂ ਵੀ ਲਿਖਣ ਵਾਲੇ ਪਾਸੇ ਮੂੰਹ ਮਾਰਨਾ ਸ਼ੁਰੂ ਕੀਤਾ ਹੈ। ਤੋ ਮੈਂ ਕਹਿਣ ਦਾ ਮਤਲਬ ਹੈ ਡਾਕਟਰ ਸਾਹਿਬ ਤੋਂ ਹੀ ਪ੍ਰੇਰਨਾ ਲਈ ਆ ਮੈਂ। ਉਹ ਵੀ ਕਵਿਤਾ ਤੇ ਮੈਂ 2-3 ਵਾਰੀ ਕਲਮ 'ਚ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਕੋਈ ਆਈ ਹੋਈ ਨਹੀਂ, ਨਾ ਔੜੀ ਮੈਨੂੰ, ਨਾ ਮੇਰਾ ਸੁਣਿਆ। ਉਹ ਮੈਂ ਕਿਹਾ ਚਲੋ ਖੁੱਲ੍ਹਾ ਸਵਾਰਥ ਕੇ ਲਿਖਣਾ ਸ਼ੁਰੂ ਕਰੀਏ, ਪਰ ਚਲੋ ਅੱਛਾ ਲੱਗਿਆ, ਮੈਨੂੰ ਚੰਗਾ ਰਿਸਪੌਂਸ ਮਿਲਿਆ। ਆਈ ਐਮ ਰੀਲੀ ਹੈਪੀ। So I want to continue with this thing, and I'm also planning to write a book. Since I am in CMO for the past, say, more than almost 2 decades, and I have seen as on today 7 chief ministers, and really it makes a commendable work to do. I can share my experiences on the basis of the chief ministers, how they have different, ambitions, and what they had ambitions, and how they critically come out from the crisis from time to time. और दूसरी गल मैं ਗੁਰਕੀਰਤ ਸਰ ਬਾਰੇ ਕਹਿਣਾ ਚਾਹੁੰਦਾ, ਇਹਨਾਂ ਨੇ ਵੀ ਇਸ ਡਿਪਾਰਟਮੈਂਟ ਦੇ ਵਿੱਚ ਰਿਕਾਰਡ ਬਣਾਇਆ। 4.5 ਸਾਲ ਲਗਭਗ ਪਬਲਿਕ ਰਿਲੇਸ਼ਨ ਦੇ ਵਿੱਚ ਸਾਡੀ ਬਹੁਤ ਲੰਬੀ ਟੈਨਿਓਰ ਰਹੀ ਹੈ। ਕੰਟੀਨਿਊਸਲੀ ਕੋਈ ਵੀ ਸਾਡੇ ਇੱਥੇ ਇੰਨਾ ਲੰਬਾ ਸੈਕਟਰੀ ਸਾਹਿਬ ਨਹੀਂ ਰਹੇ। DS ਜਸਪਾਲ ਸਰ ਸੀਗੇ, ਉਹ ਕੋਈ ਪੌਣੇ 6 ਸਾਲ ਰਹੇ ਸੀ, ਪਰ ਲੇਕਿਨ ਉਹ ਵੀ ਕੰਟੀਨਿਊਸਲੀ ਨਹੀਂ ਰਹੇ। ਉਹ 2 ਟਰਮਸ ਦੇ ਵਿੱਚ ਆਏ ਸੀ ਸਰ, ਤੇ ਉਹਨਾਂ ਨੇ ਕੀਤਾ ਸਰ ਦਾ ਮਤਲਬ ਹੀ ਹੈਜ਼ ਰੀਲੀ written a record on this count that he continued, remained our secretary probably in the history of public relations. That is really commendable, and he has brought many reforms in the public relations which have witnessed, especially the online this thing and the pro system and all that. Today is not the proper occasion that we should discuss. We have already discussed, but मैं सर ਨੂੰ ਇਹੀ ਕਹਾਂਗਾ ਕਿ ਸਰ ਨੇ ਜਿਹੜੀਆਂ ਇੱਥੇ ਚੰਗੀਆਂ ਪਿਰਤਾਂ ਪਾਈਆਂ ਨੇ, ਵੀ ਮਸਟ ਕੰਟੀਨਿਊ ਹੈਡ। ਤੇ ਬਹੁਤਾ ਨਾ ਕੁਛ ਕਹਿੰਦਾ ਹੋਇਆ ਮੈਂ ਆਪਣੇ DPR ਸਾਹਿਬ ਨੂੰ ਵੀ ਵੈਲਕਮ ਕਰਦਾ। ਇਹਨਾਂ ਨੂੰ ਅਜੇ ਥੋੜ੍ਹਾ ਟਾਈਮ ਹੋਇਆ। ਆਪਣੇ ਗੋਪਾਲ ਸਿੰਘ ਸਰ ਆਏ ਨੇ ਸਾਡੇ JDA ਜੁਆਇੰਟ ਡਾਇਰੈਕਟਰ ਐਗਜ਼ੀਕਟਿਵ, ਇਹ ਵੀ ਐਂਡ ਹੋਪ ਜਿੰਨਾ ਵੀ ਥੋੜ੍ਹਾ ਬਹੁਤਾ ਸਮਾਂ ਸਾਡਾ ਅੱਗੇ ਹੈ ਡਿਪਾਰਟਮੈਂਟ ਦੇ ਵਿੱਚ ਜਿਵੇਂ ਵੀ ਰਿਹਾ, ਤੋਂ ਅਸੀਂ ਇੱਕ ਪੂਰੀ ਟੀਮ ਦੀ ਤਰ੍ਹਾਂ ਜਿਹੜੀਆਂ ਸਾਨੂੰ ਪਹਿਲਾਂ ਜਿਹੜੀ ਸਾਡੀ ਲੈਗੇਸੀ ਰਹੀ ਹੈ PR ਦੀ, ਤੋ ਵੀ ਆਲਵੇਜ਼ ਸਟਰਾਈਵ ਟੂ ਅਚੀਵ ਸਰ। That is our motto, ਅਸੀਂ ਅੱਜ ਤੱਕ ਕੀਤਾ। And I wish that, and I assure on behalf of all my colleagues that we will come up to those expectations in the times to come। ਤੇ ਡਾਕਟਰ ਸਾਹਿਬ ਨੂੰ, ਡਾਕਟਰ ਸਾਹਿਬ ਦੇ ਪਰਿਵਾਰ ਨੂੰ, ਮੇਰੀ ਭੈਣ ਬਲਜਿੰਦਰ ਜੀ ਨੂੰ, ਇਹਨਾਂ ਦੀ ਬੇਟੀ ਪ੍ਰਭਲੀ ਇਹ ਬੱਚੀ ਹੈ, ਇਹਨਾਂ ਨੂੰ ਮੈਂ ਕਹਿੰਦਾ ਕਿ ਸੱਚੇ ਪਾਤਸ਼ਾਹ ਡਾਕਟਰ ਸਾਹਿਬ ਨੂੰ ਚੰਗੀ ਸਿਹਤ ਬਖਸ਼ਣ, ਤੇ ਇਸ ਤੋਂ ਬਾਅਦ ਆਪਣੀ ਪਰਿਵਾਰ ਦੇ ਵਿੱਚ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਇਹ ਬਖੂਬੀ ਨਿਭਾਉਣ। ਇਸ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਲਾਂਬਾ ਜੀ।
ਕਿਉਂਕਿ 9 ਸਾਲ ਬਹੁਤ ਲੰਮਾ ਸਮਾਂ ਹੁੰਦਾ ਜੋ ਅਜੀਤ ਜੀ ਨੇ ਤੁਹਾਡੇ ਨਾਲ ਬਿਤਾਇਆ ਤੇ ਤੁਸੀਂ ਬਹੁਤ ਹੀ ਬਖੂਬੀ ਉਹਦਾ ਚਿੱਤਰਣ ਕੀਤਾ ਹੈ। ਤੇ ਹੁਣ ਬੇਨਤੀ ਹੈ ਕਿਉਂਕਿ ਸਾਡੇ ਸਾਬਕਾ ਸੈਕਟਰੀ ਸਾਹਿਬ ਗੁਰਕੀਰਤ ਕਿਰਪਾਲ ਸਿੰਘ ਜੀ ਉਹ ਆ ਚੁੱਕੇ ਨੇ, ਉਹਨਾਂ ਨੂੰ ਅਸੀਂ ਫੇਅਰਵੈਲ ਦੇਣੀ ਹੈ। ਉਹਨਾਂ ਨੇ ਬਹੁਤ ਲੰਮਾ ਸਮਾਂ ਲੋਕ ਸੰਪਰਕ ਵਿਭਾਗ ਦੇ ਵਿੱਚ ਜੋ ਨਵੀਆਂ ਲੀਹਾਂ ਕਾਇਮ ਕੀਤੀਆਂ ਨੇ ਉਹ ਲੰਮੀ ਸੇਵਾ ਕਰਕੇ ਗਏ ਨੇ। ਤੇ ਨਾਲ ਹੀ ਡਾਕਟਰ ਅਜੀਤ ਕਵਲ ਸਿੰਘ ਜੀ ਹਮਦਰਦ ਜੋ 2.5 ਦਹਾਕਿਆਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਨੇ। ਤੇ ਮੈਂ ਬੇਨਤੀ ਕਰਾਂਗਾ ਸਾਡੇ ਸੈਕਟਰੀ ਸਾਹਿਬ ਸ਼੍ਰੀ ਕੇ ਯਾਦਵ ਜੀ ਨੂੰ ਵੀ ਉਹ ਗੁਰਕੀਰਤ ਸਰ ਨੂੰ ਜੀ ਆਇਆਂ ਆਖਣ। ਨਾਲ ਹੀ ਯਾਦਵ ਸਾਹਿਬ ਨੂੰ ਸਾਡੇ ਸੈਕਟਰੀ ਸਾਹਿਬ ਨੂੰ ਬੇਨਤੀ ਹੈ ਵੀ ਉਹ ਅੱਜ ਦੇ ਜੋ ਸਾਡੇ ਇੱਕ ਤਰ੍ਹਾਂ ਦੇ ਮੁੱਖ ਮਹਿਮਾਨ ਨੇ ਡਾਕਟਰ ਅਜੀਤ ਕਵਲ ਸਿੰਘ ਜੀ ਹਮਦਰਦ, ਉਹਨਾਂ ਨੂੰ ਵੀ ਇੱਕ ਗੁਲਦਸਤਾ ਦੇ ਕੇ ਜੀ ਆਇਆਂ ਆਖਣ। ਤੇ ਬੇਨਤੀ ਹੈ ਮੈਡਮ ਸੇਨੂ ਦੁੱਗਲ ਜੀ ਨੂੰ ਸਪੈਸ਼ਲ ਸੈਕਟਰੀ, ਉਹ ਕਿਉਂਕਿ ਸਾਡੇ DIPR ਸਰ ਵੀ ਜਰੰਗਲ ਸਰ ਡਾਕਟਰ ਜਰੰਗਲ ਜੀ ਨਾਲ ਉਹਨਾਂ ਦਾ ਪਬਲਿਕ ਰਿਲੇਸ਼ਨ ਵਿੱਚ ਨਵੇਂ ਆਏ ਨੇ, ਉਹਨਾਂ ਨੂੰ ਜੀ ਆਇਆਂ ਆਖਣ। ਸੇਨੂ ਮੈਮ ਨੂੰ ਇੱਕ ਬੇਨਤੀ ਹੈ ਵੀ ਅਜੀਤ ਕਵਲ ਜੀ ਦੇ ਮਿਸਿਸ ਨੇ ਸ਼੍ਰੀਮਤੀ ਬਲਜਿੰਦਰ ਕੌਰ ਜੀ, ਉਹਨਾਂ ਨੂੰ ਜੀ ਆਖਣ। ਬੇਟੇ ਤੁਸੀਂ ਵੀ ਨਾਲ ਖੜ ਜਾਓ। ਤੇ ਨਾਲ ਲਾਂਬਾ ਜੀ ਨੂੰ ਬੇਨਤੀ ਹੈ ਵੀ ਸਾਡੇ ਜਿਹੜੇ ਨਵੇਂ ਡਿਪਟੀ ਸੈਕਟਰੀ ਸਾਹਿਬ ਆਏ ਨੇ ਜਿਹੜੀ ਸਾਹਿਬ ਗੋਪਾਲ ਸਿੰਘ ਜੀ, ਉਹਨਾਂ ਨੂੰ ਜੀ ਆਇਆਂ ਕਹਿਣ ਕਿਉਂਕਿ ਉਹਨਾਂ ਦੀ ਵੀ ਨਵੀਂ ਨਿਯੁਕਤੀ ਇਸ ਵਿਭਾਗ ਵਿੱਚ ਹੋਈ ਹੈ। ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਮੈਡਮ ਸੇਨੂ ਮੈਮ ਤੇ ਸਰ ਗੋਪਾਲ ਸਿੰਘ ਜੀ ਨੇ ਕਿਹਾ ਵੀ ਸਮਾਂ ਬਹੁਤ ਹੋ ਚੁੱਕਿਆ ਕਿਉਂਕਿ ਬਾਹਰ ਹਾਲਾਤ ਵੀ ਬਿਜਲੀ ਬਾਰ-ਬਾਰ ਲਸ਼ਕ ਰਹੀ ਹੈ, ਚਾਹੇ ਰਾਜਸੀ ਬਿਜਲੀ ਹੈ ਚਾਹੇ ਦੂਸਰੀ। ਤੇ ਉਹਨਾਂ ਨੇ ਕਿਹਾ ਵੀ ਅਸੀਂ ਮਾਫੀ ਚਾਹੁੰਦੇ ਹਾਂ, ਅਸੀਂ ਨਹੀਂ ਬੋਲਾਂਗੇ। ਤੇ ਉਹਨਾਂ ਦੇ ਡਾਕਟਰ ਸਾਹਿਬ ਦੇ ਅਜੀਤ ਕਵਲ ਜੀ ਦੀ ਬਿਟੀਆ ਪ੍ਰਭਜੀਤ ਉਹ 2 ਸ਼ਬਦ ਸਾਂਝੇ ਕਰਨੇ ਚਾਹੁੰਦੇ ਆ, ਉਹਨਾਂ ਨੂੰ ਬੇਨਤੀ ਹੈ ਵੀ ਆ ਕੇ ਮੰਚ ਤੋਂ ਆਉਣ। Firstly, good evening, Secretary Sir, Director Ma'am, and all the dignitaries present here. Life is basically a struggle. ਜ਼ਿੰਦਗੀ ਹਰ ਪਹਿਰ ਤੇ ਸਟਰਗਲ ਦਾ ਨਾਮ ਹੈ ਤੇ ਕਈ ਲੋਕ ਹੁੰਦੇ ਹੈ ਜਦੋਂ ਉਹਨਾਂ ਦਾ ਇਸ ਨਾਲ ਸਾਹਮਣਾ ਹੁੰਦਾ ਹੈ ਤਾਂ ਉਹ ਹਾਰ ਕਬੂਲ ਕਰ ਲੈਂਦੇ ਹੈ। But there are very few people who face it and wins it in one go. And one of them is my father, Ajit Kamal Singh. ਪਾਪਾ ਸਾਡੇ ਸਾਰਿਆਂ ਲਈ, ਸਾਡੀ ਸਾਰੀ ਫੈਮਿਲੀ ਲਈ ਇੱਕ ਰੋਲ ਮਾਡਲ ਨੇ। Not only for our family, but there are some people who consider him his or her role model. ਤੇ ਪਾਪਾ ਨੇ ਸਾਨੂੰ ਹਰ ਚੀਜ਼ ਵਿੱਚ ਸਪੋਰਟ ਕੀਤਾ ਹੈ ਤੇ ਇੱਕ ਡਿਸਪਲਿਨਡ ਲਾਈਫ ਵਿੱਚ ਰਹਿਣਾ ਕੀ ਹੁੰਦਾ ਇਹ ਸਿਖਾਇਆ ਹੈ। I just want to share an experience of mine with you all ਕਿ ਜਦੋਂ ਵੀ ਆਪਾਂ ਕਿਸੇ ਫੰਕਸ਼ਨ ਤੇ ਜਾਣਾ ਹੁੰਦਾ ਸੀਗਾ ਤੇ ਪਾਪਾ ਨੂੰ ਫੋਨ ਕਰਦੇ ਸੀ ਕਿ ਪਾਪਾ ਤੁਸੀਂ ਕਦ ਤੱਕ ਆ ਰਹੇ ਹੋ, ਤੇ ਪਾਪਾ ਦਾ ਹਮੇਸ਼ਾ ਹੁੰਦਾ ਸੀ ਅੱਧਾ ਘੰਟਾ ਮੈਨੂੰ ਲੱਗ ਜਾਏਗਾ, ਤੁਸੀਂ ਤਿਆਰ ਰਹੋ। ਤੇ ਉਹ ਅੱਧਾ ਘੰਟਾ ਕਦੋਂ 2-3 ਘੰਟੇ 'ਚ ਕਨਵਰਟ ਹੋ ਜਾਂਦਾ ਸੀ ਉਹ ਪਤਾ ਹੀ ਨਹੀਂ ਲੱਗਦਾ ਸੀ। ਤੇ ਮੈਂ ਸੋਸ਼ਲ ਮੀਡੀਆ ਵਗੈਰਾ ਤੇ ਪੋਸਟ ਐਂਡ ਸਟੋਰੀਜ਼ ਨਹੀਂ ਪਾਉਂਦੀ ਜ਼ਿਆਦਾ, ਬਟ ਅੱਜ ਮੈਂ ਸਾਰਿਆਂ ਦੇ ਸਾਹਮਣੇ ਇਹ ਕਹਿਣਾ ਚਾਹੁੰਦੀ ਹਾਂ that you're the best dad and I admire you। ਤੇ ਜਿੱਦਾਂ ਤੁਸੀਂ ਮੈਨੂੰ ਤੇ ਉਦੇਸ਼ ਨੂੰ ਸਪੋਰਟ ਕੀਤਾ ਹੈ, I promise you that me and Udesh will also support you and will be your strength. Lastly, मैं 2 lines लिखियां ने, although I'm not a great writer or great in this field like my dad, but still I've tried. ਅੱਜ ਵੀ ਬਚਪਨ ਚੇਤੇ ਕਰਕੇ ਵਕਤ ਰੁਕ ਜਾਂਦਾ, ਪਾਪਾ ਤੁਹਾਡੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ। It's a proudable moment for me and for my family.
In the end, I just wanted to thank to respectable Secretary Sir, Director Sir, and all the dignitaries for taking their precious time out and making this day a memorable day. Thank you so much. बहुत खूब बेटा सर ये ਜਿਹੜੀ ਬੇਟੀ ਕਹਿ ਕੇ ਗਈ ਆ ਵੀ ਮੈਂ ਇੱਕ ਰਾਈਟਰ ਤਾਂ ਨਹੀਂ ਪਰ ਇਹ ਉਹ ਇਹਨਾਂ ਦੀਆਂ ਰਗਾਂ ਦੇ ਵਿੱਚ ਡਾਕਟਰ ਅਜੀਤ ਕਵਲ ਸਿੰਘ ਜੀ ਜਾਂ ਬਿਟੀਆ ਦੇ ਵਿੱਚ ਡਾਕਟਰ ਸਾਧੂ ਸਿੰਘ ਹਮਦਰਦ ਜੀ ਇਹ ਇਹਨਾਂ ਦੇ ਦਾਦਾ ਜੀ ਨੇ ਜੀ ਤੇ ਇਹਨਾਂ ਦੇ ਪੜਦਾਦਾ ਜੀ ਨੇ ਜਿਹੜੇ ਅਜੀਤ ਅਖਬਾਰ ਦੇ ਬਾਨੀ ਨੇ ਸੰਪਾਦਕ ਤੇ ਬਹੁਤ ਖੂਬ ਬੇਟਾ ਇਹ ਸਾਰੇ ਹੀ ਸਾਡੇ ਘਰ ਦੇ ਜਿਹੜਾ ਅੱਧਾ ਘੰਟਾ ਕਰਕੇ ਸਾਨੂੰ ਬਹੁਤ ਮਾਫੀਆਂ ਮੰਗਣੀਆਂ ਪੈਂਦੀਆਂ ਸਾਰਿਆਂ ਨੂੰ ਪਰ ਜਿਹੜੇ ਹਾਲਾਤ ਨੇ ਕਿਉਂਕਿ ਸਾਡੇ ਸਰ ਨੇ ਸਾਰੇ ਜਿੰਨੇ ਆਈਐਸ ਸਰ ਸਾਡੇ ਪੀਸੀਐਸ ਸਰ ਉਹ ਵੀ ਸਾਡੇ ਨਾਲ ਡਟ ਕੇ ਖੜਦੇ ਨੇ ਫਿਰ ਅਸੀਂ ਮੋਰਚਾ ਖਾਲੀ ਨਹੀਂ ਛੱਡ ਸਕਦੇ ਬਹੁਤ ਬਹੁਤ ਧੰਨਵਾਦ ਬੇਟਾ ਤੇ ਹੁਣ ਸਰ ਨੂੰ ਬੇਨਤੀ ਹੈ ਸਾਡੇ ਨਵੇਂ ਡੀਆਈਪੀਆਰ ਸਾਹਿਬ ਉਹ ਵੀ ਦੋ ਸ਼ਬਦ ਇੱਥੇ ਸਾਂਝੇ ਕਰਨ ਕਿਉਂਕਿ ਉਹਨਾਂ ਨੇ ਕਿਹਾ ਵੀ 90 ਦਿਨ ਹੈ ਜਿਹੜੇ ਉਹ ਸਾਰਾ ਅਸੀਂ 90 ਛੱਡੋ ਤੁਸੀਂ 9 ਸਾਲ ਕਰੋਗੇ ਜੀ ਡਟ ਕੇ ਕਰਾਂਗੇ ਜੀ ਇਹ ਟੀਮ ਹੈ ਸਰ ਜਿਹੜੀ ਝੁਕਣ ਵਾਲੀ ਨਹੀਂ ਤੁਹਾਡਾ ਸਾਥ ਦੇਵਾਂਗੇ ਸਰ ਸੈਕਟਰੀ ਫੂਡ ਸੈਕਟਰੀ ਆਈਪੀਆਰ ਅੱਜ ਦੀ ਸ਼ਾਮ ਦੇ ਹੀਰੋ ਜੀਤ ਕੰਵਲ ਜੀ ਐਂਡ ਸਾਰੇ ਆਫਿਸਰ और ਸਾਰੇ ਕਲੀਗਸ इस तो पहले ही मैं काफी कुछ कह चुका सी मुझे इंटरव्यू पीरियड सी पता नहीं सी सर 4 से लेके 5 तक मैं ही बोल रहा था तो मैं तो यही कहना चाहता है सर कि मैनू इतने शायद 10 दिन हो गए होंगे या पता ही नहीं लग रहा टाइम का 10 दिन हो या 2 दिन हो या कि कंटिन्यू में चल रहा है समझ कुछ आ नहीं रहा है बट एक चीज समझ आ चुकी है कि जी टीम है सर वो बहुत ही कॉम्पिटेंट है बहुत ही कमिटेड है एंड I look forward for the next 90 odd days and even after that. But आज ਅਸੀਂ ਜੀਤ ਕਵਲ ਉਹਨਾਂ ਦੀ ਹੀ ਗੱਲ ਕਰਾਂਗੇ and I was lucky to have worked with him when I was part of the state group and every evening we were supposed to go in and highlight what has been done as far as COVID control is concerned and ਉਹਨਾਂ ਦਾ ਜਿਹੜਾ professionalism ਹੈਗਾ ਉਹਨਾਂ ਦੀ ਜਿਹੜੀ commitment ਹੈ ਉਹ ਅਸੀਂ ਉਸ ਵੇਲੇ ਹੀ ਐਪਰੀਸ਼ੀਏਟ ਕੀਤੀ ਸੀ ਔਰ ਲਾਸਟ 10 ਦਿਨ ਵਿੱਚ ਵੀ ਜਿਹੜਾ ਮੇਰਾ ਵਿਸ਼ਵਾਸ ਹੈ ਉਹ ਪੂਰਾ ਸਟਰੋਂਗ ਹੋਇਆ ਹੈ ਮੈਂ ਉਹਨਾਂ ਨੂੰ ਕਾਫੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਕੰਟੀਨਿਊ ਕਰੋ ਤੁਸੀਂ ਐਕਸਟੈਂਸ਼ਨ ਲਾਓ ਬਟ ਹੁਣ ਪਤਾ ਲੱਗਿਆ ਕਿ ਅਸੀਂ ਗਲਤ ਜਗ੍ਹਾ ਜਿਹੜੀ ਆ ਆਪਣੀ ਅਰਜ਼ੀ ਲਾ ਰਹੇ ਸੀ ਐਕਚੁਅਲੀ ਮੈਂ ਤੇ ਅਰਜ਼ੀ ਲਾਣੀ ਸੀ ਉਹਨਾਂ ਨੂੰ ਕਹਿਣਾ ਸੀ ਕਿ ਜਿਹੜੀ ਤੁਸੀਂ 90 ਦਿਨ ਹੋਰ ਸਾਨੂੰ ਅੱਧੇ ਘੰਟੇ ਨੂੰ 2 ਘੰਟੇ ਦਾ ਮੌਕਾ ਦਿਓ ਬਟ anyways it is his decision and we respect it and he has been a cornerstone and not only been a cornerstone ਇੰਨੇ ਲੋਕਾਂ ਦਾ ਪਿਆਰ ਔਰ ਇੰਨੇ ਲੋਕਾਂ ਦੀ ਇੱਜ਼ਤ ਕਮਾਣਾ ਉਹ ਆਸਾਨ ਕੰਮ ਨਹੀਂ ਹੈਗਾ ਔਰ ਇਹੀ ਚੀਜ਼ ਜਿਹੜੀ ਹੈ ਉਹਨਾਂ ਦੀ ਪ੍ਰੋਫੈਸ਼ਨਲਿਜ਼ਮ ਤੇ ਉਹਨਾਂ ਦੀ ਕਮਿਟਮੈਂਟ ਜਿਹੜੀ ਡਿਪਾਰਟਮੈਂਟ ਦੀ ਤਰਫ ਹੈਗੀ ਉਹਨੂੰ ਉਜਾਗਰ ਕਰਦੀ ਹੈ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਆਸ ਕਰਦਾ ਕਿ ਇਹੀ ਪ੍ਰੋਫੈਸ਼ਨਲਿਜ਼ਮ ਨਾਲ ਔਰ ਇਹੀ ਕਮਿਟਮੈਂਟ ਨਾਲ ਅਸੀਂ ਡਿਪਾਰਟਮੈਂਟ ਵਾਸਤੇ ਕੰਮ ਕਰਾਂਗੇ ਔਰ ਉਹ ਮੈਂ ਨਾਲ ਮੈਡਮ ਨੂੰ ਪੂਰੀ ਫੈਮਿਲੀ ਨੂੰ ਆਈ ਵਿਸ਼ them all the very best and I hope that they keep they take it forward and make it as gainful as the last 25 odd years have been. So congratulations to you and congratulations to the new colleagues who have joined and thanks a lot sir because today ਜਿਹੜੀ ਕੋਈ ਵੀ ਨੋਟੀਫਿਕੇਸ਼ਨ ਅਸੀਂ ਅਗਰ ਚੱਕੀਏ ਤਾਂ ਸਰਦਾ ਹੀ ਨਾ ਹੁੰਦਾ ਹੈਗਾ ਕੁਝ ਜਿਹੜੀ ਮੇਰੇ ਕੋਲ ਨੋਟੀਫਿਕੇਸ਼ਨ ਆ ਰਹੀ ਹੈਗੀ ਆਫਿਸ ਤੋਂ ਸਰਦਾ ਹੀ ਪਿੱਛੇ ਪੜਦੇ ਹੈਗੇ ਅਗਰ ਉਹ ਨੋਟਿੰਗ ਤਾਂ ਸਰਦਾ ਹੀ ਹੁੰਦਾ ਹੈਗਾ ਐਂਡ we assure you sir that we will try our best to live up to the expectations and we will take your good work forward sir thank you so much ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅਜੀਤ ਕਵਲ ਜੀ ਨੂੰ ਮੈਂ ਇੱਕ ਵਾਰ ਸਵਾਲ ਕੀਤਾ ਥੋੜੇ ਦਿਨ ਹੋਏ ਮੈਂ ਕਿਹਾ ਤੁਸੀਂ ਪ੍ਰੋਫੈਸਰ ਸੀਗੇ ਪੰਜਾਬੀ ਯੂਨੀਵਰਸਿਟੀ ਚੰਗੇ ਭਲੇ ਕਿੱਧਰ ਕਿੱਧਰ ਪੰਗਾ ਲੈ ਲਿਆ ਤੇ ਇਹਨਾਂ ਨੇ ਕਿਹਾ ਵੀ ਆਪਣੇ ਡਾਇਰੈਕਟਰ ਸਾਹਿਬ ਵੀ ਡਾਕਟਰ ਸੀਗੇ ਐਗਜ਼ਾਮਪਲਾਂ ਦੇਣ ਲੱਗੇ ਮੈਨੂੰ ਤੇ ਸਰ ਪਰ ਇਹਨਾਂ ਦਾ ਜੋ ਇਹਨਾਂ ਨੇ ਪਬਲਿਕ ਰਿਲੇਸ਼ਨ ਚ ਆ ਕੇ ਜੋ ਇਹਨਾਂ ਦੇ ਮੀਲ ਪੱਥਰ ਕਰੇ ਨੇ ਸਥਾਪਿਤ ਉਹ ਹਮੇਸ਼ਾ ਯਾਦ ਰਹਿਣਗੇ ਤੇ ਹੁਣ ਸਾਨੂੰ ਸਾਡੇ ਸੈਕਟਰੀ ਸਾਹਿਬ ਨੂੰ ਸ਼੍ਰੀ ਕੇ ਯਾਦਵ ਜੀ ਨੂੰ ਬੇਨਤੀ ਹੈ ਉਹ ਵੀ 2 ਮਿੰਟ ਨਾਲ ਸਾਰਿਆਂ ਦੇ ਵਿਚਾਰ ਸਾਂਝੇ ਕਰਨ ਸ਼੍ਰੀ ਕੇ ਯਾਦਵ ਜੀ ਗੁਰਕਿਰਤ ਸਰ ਅਜੀਤ ਕੰਵਲ ਜੀ ਸੁਮਿਤ
गोपाल सिंह जी, सैनू मैम, लांबा साहब, अजीत कंवल जी दी फैमिली मैंबर्स और PR दी पूरी टीम। मैं जो डायरैक्टर के तौर पर ज्वाइन किया सी, तो मैं सर नूं दसदा सी, मैंने कहा सर मैं शायद ना सब तो घट समय वाला जोड़ा है डायरैक्टर रहांगा, क्योंकि 3-4 महीने जोड़ा है 3-1 महीने कोर्ट लग जाना है, फिर जोड़ा है काम वाम ज़्यादा होना नहीं है। मैनू नहीं पता सीगा कि उन्ने टाइम भी मैं नहीं जाना उस तो पहला ही डायरैक्टरशिप जी है कि ख़त्म हो गई और सैकटरीशिप जी है कि वो शुरू हो गई। बट सब तो पहला मैं गुरकिरत सर का बहुत बहुत धन्यवाद करना चाहूँगा, क्योंकि करीब 4 वीक के आसपास मैं सर के नाल रहा। बट जिस तरीके नाल उन्होंने शायद पहली मीटिंग विच असी 1.5-2 घंटे लाए, सर ने सारा कहता कि अब भाई बाकियां नूं बाहर रख लो, एंड ही थोरली ब्रीफ्ड मी अबाउट द डिपार्टमेंट की फंक्शनिंग होंदी है, किद्दां होंदी है, प्रोफेशनली किहड़ा चीज़ों का ध्यान रखना होंदा है। एंड इस तरह की गाइडेंस अगर थोड़े सीनियर ऑफिसर तो तुहानूं मिले तो उस तो वधिया कुछ नहीं हो सकता। सो थैंक यू वेरी मच सर। आई विश कि मैं थोड़े नाल और ज़्यादा चंगी तरीके नाल काम कर सकता, लेकिन शायद साड़ी नालायकी सी कि मैनू जिहड़ा हैगा सर डायरैक्टरशिप का थोड़े नाल टाइम कम मिले। सो बट सर तुसी बहुत सारा काम किया है अपने टाइम से सैकटरी के तौर पर, और इवन एज डायरैक्टर PR ऑल्सो, एंड काफ़ी लंबी एसोसीएशन रही है और पूरे ही महकमे का बहुत प्यार और बहुत सम्मान जोड़ा है सर तुहानूं मिलिया हैगा, उस दे लई बहुत बहुत बधाई। एंड इट्स गुड कि नाउ यू हैव मूव टू सम न्यू पोजीशन, एंड उत्थे भी तुसी बहुत चंगी तरीके नाल जोड़ा हैगा सर काम कर रहे हो, इसी तरह आगे बढ़ते रहो। वी विश यू ए वेरी ग्रेट फ्यूचर, प्रोफेशनल एंड इन पर्सनल कैपेसिटी सर। अजीत कंवल जी इन्हां दे नाल भी जिहड़ा हैगा करीब 4-5 वीक जिहड़ा हैगे साडे बीते हैगे, और जिस तरीके नाल इत्थे बाकी लोग बयान कर रहे सीगे, आई हैव फाउंड हिम थोरोली प्रोफेशनल, डाउन टू अर्थ, किसी तरह की जिहड़ी हैगी कोई इंपेशेंस वाली जिहड़ी हैगी गल नहीं, जो कुछ करना प्यार नाल जिहड़ा हैगा करना, कोई इशू भी समझाना वो भी जिहड़ा हैगा आराम नाल समझाना। मेरी थोड़ी सी आदत रहिंदी है, मैं थोड़ा सा स्पीड नाल बोलता भी हाँ, तो नाल जिहड़ा हैगा रहिंदा कि यार फटाफट बात नूं ना मतलब संक्षेप च खत्म करिए। तो अजीत जी ने फिर वो सारी की सारी चीज़ जिहड़ी है कि पिछोकड़ तो लेके और सारा चंगी तरह समझाना, तो दैट इज़ अ गुड थिंग, बिकॉज वंस योर कॉन्सैप्ट इज़ क्लीयर, तुसी सारी चीज़ दे चंगी तरीके नाल जानते हो, तो तुसी उन्होंने चंगी तरीके नाल जिहड़ा हैगा ब्रीफ कर सकते हो। एंड प्रेस नूं हैंडल करना, जिस तरह सारा ने कहा, इट्स नॉट ईजी, इट्स challenging task, but you have taken all the challenges as opportunity, and बहुत अच्छा जिहड़ा हैगा तुहाडा कैरियर रहा है। तुहानूं तुहाडे परिवार नूं बहुत बहुत बधाइयां तुहाडी पूरी सर्विस होण दे उत्ते, और वी विश यू ए वेरी ब्राइट फ्यूचर। आगे जिहड़ा हैगा तुसी तंदुरुस्त रहो, सेहतां तुहाडी चंगी रहन, परिवार च जिहड़ा हैगा खुशहाली बनी रहे, यही असीं प्रार्थना करते हैं। 2 कलीग साडे नाल नए जुड़े हैं, साडे DIPR साहब सुमित जारंगल जी, और साडे JDA एंड डिप्टी सैकटरी IPR गोपाल सिंह जी। मैं उन्होंने भी वेलकम करता हाँ। सुमित नाल मैनू पहला काम करने का मौका नहीं मिला, सो दिस इज़ फॉर द फर्स्ट टाइम वी आर वर्किंग टुगेदर, बट बहुत अच्छा जोड़ा है इन्होंने नाम अपना पूरे कैडर च जोड़ा है कमाया है, और तुसी भी देख रहे हो कि जदा तो इन्होंने ज्वाइन किया है, ही इज़ इन फोर फ्रंट, एंड सारे काम जोड़े है खुद टीम को साथ लेके करने च विश्वास करते हैं, तो बड़ी खुशी की गल है। गोपाल सिंह जी के नाल मैं रहा हाँ, बठिंडे च असीं काम किया हैगा, एंड ही वॉज नॉट इन PCS एट दैट टाइम, बट ही इज़ ऑल्सो ए वंडरफुल पर्सन। साढ़े नाल भी जोड़ा है इन्हों का बड़ा अच्छा रिलेशन है, सो वी विश वेलकम बोथ ऑफ देम, एंड सानू उम्मीद है कि साड़ी टीम इसी तरीके नाल चंगा काम करेगी, और ओबवियसली अगले 3-1 महीने जोड़े हैं थोड़े ओवर टायरिंग होने वाले हैं, सो वी विल ट्राई आवर बेस्ट कि वधिया तो वधिया जोड़ा है इस टाइम में निकालिए, और खुद में जोड़ा है कंपिटेंसी अपनी जी है प्रूव करते रहिए, प्रोफेशनली जोड़ा है चंगी तरीके नाल आगे बढ़ते रहिए। सो अजीत कंवल जी एक बार बहुत बहुत बधाई वापस। सर गुरकिरत सर आपको भी बहुत बहुत बधाई, एंड थैंक यू वेरी मच, एंड सुमित एंड गोपाल जी आपका बहुत बहुत स्वागत। थैंक यू वेरी मच। बहुत बहुत धन्यवाद सर।
ਤੁਸੀਂ ਦੱਸਿਆ ਵੀ ਜਿਵੇਂ 4 ਹਫ਼ਤਿਆਂ 'ਚ ਅਜੀਤ ਜੀ ਸਰ, ਕਿਉਂਕਿ ਪ੍ਰੋਫੈਸਰ ਰਹੇ ਨੇ ਤੇ ਦੁਬਾਰਾ ਉਹਨੂੰ ਜਿਹੜਾ ਇਹਨਾਂ ਦੇ ਕਾਬੂ ਆ ਜਾਂਦਾ ਸੀ ਨਾ ਜੀ, ਪੂਰਾ ਪੜ੍ਹਾ ਕੇ ਸਾਨੂੰ ਤੋਰਦੇ ਸੀ। ਤੇ ਬਹੁਤ ਸਾਰੇ ਇਹਨਾਂ ਦਾ ਸੁਭਾਅ ਹੈ ਜਿਹੜਾ ਅੱਜ ਨਹੀਂ ਸਰਾਹਨਾ ਕੀਤੀ ਜਾਵੇ ਥੋੜੀ ਹੈ। ਤੇ ਹੁਣ ਜਿਹੜਾ ਕਿਉਂਕਿ ਸਾਡੇ ਅੱਜ ਦੇ ਜਿਵੇਂ ਮੁੱਖ ਮਹਿਮਾਨ ਤਾਂ ਅਸੀਂ ਅਜੀਤ ਕੰਵਲ ਜੀ ਨੂੰ ਹੀ ਮੰਨਦੇ ਹਾਂ, ਕਿਉਂਕਿ 2.5 ਦਹਾਕੇ ਦੀ ਸੇਵਾ। ਪਰ ਗੁਰਕੀਰਤ ਸਰ ਦੇ ਅਸੀਂ ਜਿਹੜੇ ਵਿਚਾਰ ਸੁਣਨ ਤੋਂ ਪਹਿਲਾਂ ਅਜੀਤ ਜੀ ਦੇ ਵਿਚਾਰ ਸੁਣਾਂਗੇ, ਕਿਉਂਕਿ ਉਹਨਾਂ ਨੇ ਜੋ ਪਬਲਿਕ ਰਿਲੇਸ਼ਨ ਦੇ ਵਿੱਚ ਜੋ ਉਹਨਾਂ ਦੇ ਤਜਰਬੇ ਨੇ, ਜੋ ਮਿੱਠੇ ਨੇ ਜਾਂ ਕੌੜੇ ਨੇ, ਜਾਂ ਜੋ ਵੀ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਨੇ, ਉਹ ਆਪਣੇ ਜੋ ਮਨ ਦੇ ਉਹਨਾਂ ਦੇ ਵਿੱਚ ਨੇ, ਉਹ ਸਾਡੇ ਨਾਲ ਸਾਂਝੇ ਕਰਨਗੇ। ਡਾਕਟਰ ਅਜੀਤ ਕੰਵਲ ਸਿੰਘ ਜੀ ਹਮਦਰਦ, ਜੁਆਇੰਟ ਡਾਇਰੈਕਟਰ ਪਬਲਿਕ ਰਿਲੇਸ਼ਨ। ਸ਼ੁਕਰੀਆ ਇਸ਼ਵਿੰਦਰ ਜੀ। ਇਹਨਾਂ ਨੇ ਕਿਹਾ ਜੁਆਇੰਟ ਡਾਇਰੈਕਟਰ ਪਬਲਿਕ ਰਿਲੇਸ਼ਨ, ਬਸ ਥੋੜੀ ਦੇਰ ਬਾਅਦ ਉਹਦੇ ਨਾਲ ਸਾਬਕਾ ਲਗਾਤਾ ਜਾਏਗਾ ਜੀ। ਸੋਚੀਆਂ ਸੀ ਕਈ ਗੱਲਾਂ ਅੱਜ ਲਈ, ਲੱਗਦਾ ਨਹੀਂ ਕਹਿ ਪਾਵਾਂਗਾ, ਦੂਰ ਤੋਂ ਹੱਥੋਂ ਜਾ ਕੇ ਯਾਰੋ, ਲੱਗਦਾ ਨਹੀਂ ਰਹਿ ਪਾਵਾਂਗਾ। ਕੌੜੀਆਂ ਮਿੱਠੀਆਂ ਯਾਦਾਂ ਬਣ ਕੇ ਜ਼ਹਿਨ ਤੁਹਾਡੇ ਮੁੜ ਆਵਾਂਗਾ। ਜਿੰਨਾ ਮਰਜ਼ੀ ਦੂਰ ਕਰੋ ਮੈਂ ਦੂਰ ਨਹੀਂ ਰਹਿ ਪਾਵਾਂਗਾ। ਸੋਚੀਆਂ ਸੀ ਕਈ ਗੱਲਾਂ ਅੱਜ ਲਈ, ਲੱਗਦਾ ਨਹੀਂ ਕਹਿ ਪਾਵਾਂਗਾ। ਬਹੁਤ ਵਾਰੀ ਬੰਦੇ ਨੂੰ ਲੱਗਦਾ ਹੈ ਕਿ ਉਹ ਬੇਕਾਰ ਹੈ, ਪਰ ਅੱਜ ਜੋ ਮੇਰੀ ਮਨੋਸਥਿਤੀ ਹੈ ਉਹ ਮੈਨੂੰ ਇਹ ਆਪਣੇ ਨਾਲ ਹੀ ਪਿਆਰ ਕਰਨ ਲਈ ਮਜਬੂਰ ਕਰ ਰਿਹਾ ਹੈ। ਕਾਰਨ ਉਹ ਉਦੋਂ ਜਾਗਦੀ ਹੈ, ਉਦੋਂ ਮਨੋਸਥਿਤੀ ਹੁੰਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਾਹਮਣੇ ਸਾਰੇ ਵਿਅਕਤੀ ਜਿਹੜੇ ਬੈਠੇ ਨੇ ਉਹ ਤੁਹਾਨੂੰ ਪਿਆਰ ਕਰਨ ਵਾਲੇ ਬੈਠੇ ਨੇ। ਤੇ ਮੈਂ ਇਸ ਪਿਆਰ ਦਾ, ਇਸ ਸਨੇਹ ਦਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ, ਤੇ ਇਹਦਾ ਮੈਂ ਰਿਣੀ ਵੀ ਹਾਂ। ਮੈਂ ਜਿੰਨੀ ਸਮਝ ਰੱਖਦਾ ਥੋੜੀ ਬਹੁਤੀ, ਉਹ ਸਾਰੀ ਮੈਂ ਤੁਹਾਤੋਂ ਹੀ ਬਟੋਰੀ ਹੈ, ਮੈਂ ਕਿਤੋਂ ਬਾਹਰੋਂ ਨਹੀਂ ਲਿਆਇਆ। ਜੋ ਵੀ ਮੈਂ ਸਿੱਖਿਆ, ਜੋ ਵੀ ਮੈਂ ਕੀਤਾ, ਉਹ ਸਾਰਾ ਮੈਂ ਆਪਣੇ ਸਾਥੀਆਂ ਤੋਂ ਸਿੱਖਿਆ, ਕਿਤੋਂ ਬਾਹਰੋਂ ਨਹੀਂ ਲਿਆਇਆ। ਅੱਜ ਦੇ ਇਸ ਸਮਾਗਮ ਦੇ ਵਿੱਚ ਮੇਰੀ ਖੁਸ਼ਕਿਸਮਤੀ ਹੈ ਕਿ ਗੁਰਕੀਰਤ ਸਰ, ਯਾਦਵ ਸਰ, ਜਾਰੰਗਲ ਸਰ, ਸੇਨੂ ਮੈਡਮ, ਗੋਪਾਲ ਸਰ, ਇਹ ਸਾਰੇ ਇਸ ਥਾਂ ਤੇ ਮੌਜੂਦ ਨੇ ਔਰ ਇਸ ਸਮਾਗਮ ਦੇ ਵਿੱਚ ਸ਼ਾਮਲ ਨੇ। ਇਹ ਮੇਰੀ ਸਭ ਤੋਂ ਵੱਡੀ ਖੁਸ਼ਕਿਸਮਤੀ ਹੈ ਔਰ ਇਹਦੇ ਵਾਸਤੇ ਮੈਂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦਾ ਹਾਂ। ਜ਼ਿੰਦਗੀ ਦੇ ਵਿੱਚ ਬਹੁਤ ਘਟਨਾਵਾਂ ਵਾਪਰਦੀਆਂ, ਕਈ ਜ਼ਖਮ ਮਿਲਦੇ ਆ, ਉਸ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਆ, ਤੇ ਅਸੀਂ ਉਹਨਾਂ ਜ਼ਖਮਾਂ ਦੀ ਜੋ ਤਾਪ ਝੱਲੀ ਹੁੰਦੀ ਹੈ ਉਹਨੂੰ ਸਮੇਂ ਦੇ ਨਾਲ ਜਦੋਂ ਜ਼ਖਮ ਠੀਕ ਹੋ ਜਾਂਦੇ ਆ ਤਾਂ ਅਸੀਂ ਉਹ ਚੀਜ਼ਾਂ ਭੁੱਲ ਜਾਂਦੇ ਹਾਂ। ਬਿਲਕੁਲ ਇਸੇ ਤਰ੍ਹਾਂ ਬਹੁਤ ਸਾਰੇ ਤਜਰਬੇ ਜ਼ਿੰਦਗੀ ਦੇ ਵਿੱਚ ਹੋਏ ਆ। ਕੌੜੇ ਮਿੱਠੇ ਅਸੀਂ ਕਹਿ ਦਿੰਦੇ ਆ, ਪਰ ਤਜਰਬਾ ਹੀ ਹੁੰਦਾ ਹੈ। ਜੇ ਉਹ ਕੌੜਾ ਤਜਰਬਾ ਵੀ ਹੈ ਉਹ ਕਿਸੇ ਮਿੱਠਤ ਵਾਸਤੇ ਹੀ ਹੋਇਆ, ਉਹਨੇ ਕੋਈ ਨਾ ਕੋਈ ਮਿਠਾਸ ਜਿਹੜੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਘੋਲ ਕੇ ਜਾਣੀ ਹੁੰਦੀ ਹੈ। ਤੇ ਉਹ ਜਿੰਨੇ ਵੀ ਤਜਰਬੇ ਹੋਏ ਨੇ ਉਹ ਯਾਦ ਰੱਖਣ ਦੇ ਵਿੱਚ ਮੈਂ ਕਦੀ ਵੀ ਵਿਸ਼ਵਾਸ ਨਹੀਂ ਰੱਖਿਆ, ਖਾਸ ਕਰਕੇ ਕੌੜੀਆਂ ਚੀਜ਼ਾਂ ਨੂੰ। ਮੈਂ ਆਪਣੇ ਜ਼ਿਹਨ 'ਚੋਂ ਹਮੇਸ਼ਾ ਕੁੜੱਤਨ ਜਿਹੜੀ ਹੈ ਉਹਨੂੰ ਭੁਲਾ ਕੇ ਅੱਗੇ ਅਗਲਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਤੋਂ ਕਿਸੇ ਨੂੰ ਕੋਈ ਚੀਜ਼ ਕੌੜੀ ਨਾ ਮਿਲੇ, ਜੇ ਮਿਲੇ ਤਾਂ ਮਿੱਠੀ ਮਿਲੇ। ਬਹੁਤ ਸਾਰਾ ਸਮਾਂ ਸਾਥੀਆਂ ਦੇ ਨਾਲ ਗੁਜ਼ਰਿਆ, ਗੁੱਸੇ ਗਿਲੇ ਵੀ ਹੋਏ ਹੋਣਗੇ, ਕੱਲ ਹੀ ਹੋਏ ਨੇ। ਕਾਰਨ ਇਹ ਹੈ ਕਿ ਜਦੋਂ ਕੰਮ ਦਾ ਪ੍ਰੈਸ਼ਰ ਹੁੰਦਾ ਹੈ ਤਾਂ ਇੱਕਦਮ ਉਹ ਅਸੀਂ ਆਪਣਾ ਜਿਹੜਾ ਹੈ ਸੁਭਾਅ, ਵਿਅਕਤੀ ਹਾਂ ਅਸੀਂ, ਰੱਬ ਨਹੀਂ, ਕੋਈ ਬ੍ਰਹਮ ਗਿਆਨੀ ਨਹੀਂ, ਅਸੀਂ ਉਸ ਚੀਜ਼ ਦੇ ਵਿੱਚ ਉੱਪਰ ਥੱਲੇ ਸਾਡਾ ਸੁਭਾਅ ਹੁੰਦਾ ਹੈ। ਅਸੀਂ ਗੁੱਸਾ ਵੀ ਕਰਦੇ ਹਾਂ, ਅਸੀਂ ਪਿਆਰ ਵੀ ਕਰਦੇ ਹਾਂ।
ਜੇ ਅਜਿਹੀਆਂ ਕੋਈ ਚੀਜ਼ਾਂ ਵਾਪਰੀਆਂ ਮੇਰੇ ਇਸ ਸਮੇਂ ਦੌਰਾਨ ਤੇ ਉਹਨਾਂ ਦੇ ਉੱਤੇ ਕੋਈ ਨਾਰਾਜ਼ਗੀ ਕਿਸੇ ਦੀ ਹੋਵੇ ਤਾਂ ਮਿਹਰਬਾਨੀ ਕਰਕੇ ਮੇਰੇ ਤੇ ਮਿਹਰਬਾਨੀ ਕਰਨਾ, ਇਹੋ ਜਿਹੀ ਕੋਈ ਨਾਰਾਜ਼ਗੀ ਆਪਣੇ ਮਨ ਦੇ ਵਿੱਚ ਨਾ ਰੱਖਣਾ। ਮੈਂ ਜਿੰਨਾ ਪਿਆਰ ਆਪਣੇ ਡਿਪਾਰਟਮੈਂਟ ਨੂੰ ਕਰਦਾ ਸਰ, ਉਹਨਾਂ ਸ਼ਾਇਦ ਪਰਿਵਾਰ ਨੂੰ ਨਹੀਂ ਕੀਤਾ। ਮੇਰੇ ਲਈ ਮੇਰੇ ਬੱਚੇ ਸ਼ਾਇਦ ਪਿੱਛੋਂ ਹੋਣਗੇ ਤੇ ਮੇਰੇ ਕੁਲੀਗਸ ਜਿਹੜੇ ਹੈ ਉਹ ਪਹਿਲੇ ਨੇ। ਮੇਰੇ ਲਈ ਮੇਰੇ ਮਾਂ-ਬਾਪ ਦਾ ਆਦੇਸ਼ ਸ਼ਾਇਦ ਪਿੱਛੇ ਸੀ ਤੇ ਮੇਰੇ ਬੌਸਸ ਦਾ ਆਦੇਸ਼ ਮੇਰੇ ਲਈ ਸਭ ਤੋਂ ਪਹਿਲੇ ਸੀ। ਔਰ ਮੈਂ ਹਰ ਕੋਸ਼ਿਸ਼ ਕੀਤੀ, ਸੰਭਵ ਕੋਸ਼ਿਸ਼ ਕੀਤੀ ਕਿ ਮੈਂ ਹਰ ਮਿਲਿਆ ਆਦੇਸ਼ ਜਿਹੜਾ ਹੈ ਉਹਨੂੰ ਪੂਰਿਆਂ ਕਰਾਂ। ਕਿਤੇ ਨਾ ਕਿਤੇ ਉਹਨਾਂ ਆਦੇਸ਼ਾਂ ਦੇ ਵਿੱਚ ਹੋ ਗਈ ਹੋਏਗੀ, ਕਿਤੇ ਚੂਕ ਵੀ ਹੋ ਗਈ ਹੋਏਗੀ। ਇਹ ਨਹੀਂ ਵਿਅਕਤੀ ਸੋਚ ਸਕਦਾ ਕਿ ਉਹਦੇ ਕੁਲੀਗ ਤੇ ਉਹਦੇ ਬੌਸਸ ਉਹਦੇ ਤੋਂ ਬਿਲਕੁਲ ਪੂਰੀ ਤਰ੍ਹਾਂ ਖੁਸ਼ ਰਹੇ ਹੋਣ। ਕਿਤੇ ਨਾ ਕਿਤੇ ਮੇਰੀ ਕਮੀ, ਮੇਰੀ ਜੋ ਸਮਝ ਹੈ ਉਹ ਉਣੀ ਵੀ ਪਈ ਹੋਏਗੀ। ਉਹਦੇ ਵਾਸਤੇ ਜੇ ਅਜਿਹਾ ਕੋਈ ਮੌਕਾ ਸੀ ਤਾਂ ਮੈਂ ਆਪਣੇ ਬੌਸਸ ਤੋਂ ਮਾਫੀ ਚਾਹੁੰਦਾ। ਬਾਕੀ ਪ੍ਰੋਫੈਸ਼ਨਲ ਕਮਿਟਮੈਂਟ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ। ਇੱਕ ਬੜੀ ਕਲੀਅਰ ਚੀਜ਼ ਹੈ, ਇਹ ਜਿੰਨੇ ਵੀ ਤੁਹਾਡੇ ਆਫੀਸਰਸ ਬੈਠੇ ਨੇ ਇਹ ਸਾਰੇ ਪ੍ਰੋਫੈਸ਼ਨਲ ਕਮਿਟਮੈਂਟ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਜੀ। ਸਾਡੇ ਲਈ ਅਸੀਂ ਕਦੀ ਵੀ ਨਹੀਂ ਇਹ ਸੋਚਿਆ ਹਾਂ ਸਰਕਾਰਾਂ ਬਦਲਦੀਆਂ, ਇੱਕ ਤੋਂ ਬਾਅਦ ਦੂਸਰੀ ਸਰਕਾਰ ਜਦੋਂ ਆਉਂਦੀ ਹੈ ਸਾਰਾ ਕੁਝ ਬਦਲ ਜਾਂਦਾ ਉਹਦੇ ਵਿੱਚ, ਪਰ ਜੇ ਨਹੀਂ ਬਦਲਦਾ ਤੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੀ ਕਮਿਟਮੈਂਟ ਨਹੀਂ ਬਦਲਦੀ। ਉਹ ਕਮਿਟਮੈਂਟ ਜੋ ਇੱਕ ਸੈਟਅਪ ਦੇ ਨਾਲ, ਇੱਕ ਲੋਕਾਂ ਦੇ ਨਾਲ ਜਿਹੜੇ ਸਰਕਾਰ ਦੇ ਵਿੱਚ ਹੋਣ ਉਹਨਾਂ ਨਾਲ ਹੁੰਦੀ ਹੈ, ਉਹੀ ਪ੍ਰੋਫੈਸ਼ਨਲ ਕਮਿਟਮੈਂਟ ਅਸੀਂ ਦੂਸਰੀ ਟੀਮ ਦੇ ਨਾਲ ਵੀ ਦਿਖਾਉਂਦੇ ਹਾਂ। ਬੈਸਟ ਐਗਜ਼ਾਮਪਲ ਜੇ ਇਹਦੀ ਕੋਈ ਦੇ ਸਕਦਾ ਹੈ ਤਾਂ ਸਾਡੇ ਕੋਲ ਇੱਕ ਐਗਜ਼ਾਮਪਲ ਪਈ ਹੈ ਜੀ ਲਾਂਬਾ ਸਾਹਿਬ। ਇਹਨਾਂ ਨੇ ਵੱਖ-ਵੱਖ ਸਰਕਾਰਾਂ ਦੇ ਨਾਲ ਕੰਮ ਕੀਤਾ, ਸੀਐਮਸ ਬਦਲੇ, ਪਰ ਜੋ ਭਾਵਨਾ, ਜੋ ਪ੍ਰੈਸ ਰਿਲੀਜ਼ਸ, ਜੋ ਉਹਨਾਂ ਦੇ ਵਿੱਚ ਮਿਹਨਤ ਇੱਕ ਵਾਸਤੇ ਸੀ ਉਹ ਦੂਸਰੇ ਵਾਸਤੇ ਵੀ ਰਹੀ। ਅਸੀਂ ਕਦੀ ਨਹੀਂ ਬਦਲਦੇ, ਅਸੀਂ ਪ੍ਰੋਫੈਸ਼ਨਲ ਹਾਂ, ਅਸੀਂ ਪੀਆਰ ਹਾਂ। ਅਸੀਂ ਪੀਆਰ ਦੀ ਡੈਫੀਨੇਸ਼ਨ ਨੂੰ ਜਾਣਦੇ ਹਾਂ, ਉਹ ਡੈਫੀਨੇਸ਼ਨ ਸਾਡੀਆਂ ਰਗਾਂ ਦੇ ਵਿੱਚ ਦੌੜਦੀ ਹੈ ਖੂਨ ਬਣ ਕੇ। ਤੇ ਇਹ ਸਮਝਿਆ ਵੀ ਨਾ ਜਾਏ ਕਦੀ ਵੀ ਕਿ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਕੋਈ ਆਫੀਸਰ, ਕੋਈ ਬੰਦਾ, ਕੋਈ ਸਿਸਟਮ ਕਿਸੇ ਇੱਕ ਸਿਸਟਮ ਨਾਲ ਜੁੜ ਜਾਏਗਾ। ਜਦੋਂ ਉਹ ਇੱਕ ਸਿਸਟਮ ਨਾਲ ਜੁੜ ਜਾਏਗਾ ਉਹ ਰਹਿ ਹੀ ਨਹੀਂ ਸਕਦਾ, ਉਹ ਸਰਵਾਈਵ ਹੀ ਨਹੀਂ ਕਰ ਸਕਦਾ, ਉਹ ਖਤਮ ਹੋ ਜਾਏਗਾ, ਉਹ ਪਬਲਿਕ ਰਿਲੇਸ਼ਨ ਨਹੀਂ ਕਰ ਸਕੇਗਾ। ਕੁਝ ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਂਦਾ ਹੋਇਆ ਮੈਂ ਚੰਦ ਲਾਈਨਾਂ ਲਿਖੀਆਂ ਅੱਜ ਵਾਸਤੇ। ਉਹਨਾਂ ਦੇ ਵਿੱਚੋਂ ਮੇਰੀ ਜਿਹੜੀ ਭਾਵਨਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਏਗੀ। ਕਈ ਚੰਗੀਆਂ ਸੋਹਣੀਆਂ ਯਾਦਾਂ ਨੂੰ, ਕਈ ਅਣਸੁਣੀਆਂ ਫਰਿਆਦਾਂ ਨੂੰ, ਕੱਚੀਆਂ ਪੱਕੀਆਂ ਅਕਲਾਂ ਚੋਂ ਪੁੰਗਰੀਆਂ ਕਈ ਵਿਵਾਦਾਂ ਨੂੰ ਮੈਂ ਚੋਰੀ ਕਰ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ। ਕਈ ਵਕਤੋਂ ਖੁੰਝੇ ਸਾਜ਼ਾਂ ਨੂੰ, ਕਈ ਉੱਚੀ ਸੁਰ ਆਵਾਜ਼ਾਂ ਨੂੰ, ਸਿਰ ਧੜਦੀ ਬਾਜੀ ਲਾ ਕੇ ਵੀ ਪੁਗਾਈਆਂ ਕਈ ਲਿਹਾਜ਼ਾਂ ਨੂੰ ਮੈਂ ਚੋਰੀ ਕਰ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ। ਕਈ ਅੰਬਰੋਂ ਉਤਰੀਆਂ ਝਾੜਾਂ ਨੂੰ, ਅੰਬਰੋਂ ਉਤਰਦੀਆਂ ਸੀ ਉਹ, ਕਈ ਅੰਬਰੋਂ ਉਤਰੀਆਂ ਝਾੜਾਂ ਨੂੰ, ਐਵੇਂ ਉੱਠੀਆਂ ਕਈ ਤਕਰਾਰਾਂ ਨੂੰ, ਫਰਜ਼ਾਂ ਲਈ ਇਸ ਦੋ ਪਾਟਾਂ ਵਿੱਚ ਖੁੰਝੀਆਂ ਕਈ ਬਹਾਰਾਂ ਨੂੰ ਮੈਂ ਚੋਰੀ ਕਰ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ। ਕਈ ਲੁਕਵੇਂ ਹੱਸੇ ਹਾਸਿਆਂ ਨੂੰ, ਕਈ ਲੁਕਵੇਂ ਹੱਸੇ ਹਾਸਿਆਂ ਨੂੰ, ਕਈ ਗੈਰ ਗੰਭੀਰ ਤਮਾਸ਼ਿਆਂ ਨੂੰ, ਬਿਨਾਂ ਵਜ੍ਹਾ ਜੋ ਅਕਸਰ ਖਾਂਦੇ ਸੀ ਐਸੇ
ਕੌੜ ਪ੍ਰਸ਼ਾਦ ਪਤਾਸ਼ਿਆਂ ਨੂੰ ਮੈਂ ਚੋਰੀ ਕਰ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ। ਕਈ ਅੰਦਰੋਂ ਉੱਠੀਆਂ ਲਹਿਰਾਂ ਨੂੰ, ਕੁਦਰਤ ਦੇ ਵਾਪਰੇ ਕਹਿਰਾਂ ਨੂੰ, ਕਹਿਰ ਵਾਪਰਿਆ ਸਾਡੇ ਤੇ, ਅਸੀਂ ਪੌਣੇ 2 ਸਾਲ ਤੋਂ ਉਹ ਬਰਦਾਸ਼ਤ ਕੀਤਾ ਹੈ। ਕਈ ਅੰਦਰੋਂ ਉੱਠੀਆਂ ਲਹਿਰਾਂ ਨੂੰ, ਕੁਦਰਤ ਦੇ ਵਾਪਰੇ ਕਹਿਰਾਂ ਨੂੰ, ਤੂਫਾਨਾਂ ਵਿੱਚ ਉਹ ਜੋ ਕੱਟੇ ਸਨ, ਉਹਨਾਂ ਦਿਨ ਰਾਤ ਦੇ ਪਹਿਰਾਂ ਨੂੰ ਮੈਂ ਚੋਰੀ ਕਰ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ। ਕਈ ਸੁਰਖਾਬੀ ਜਿਹੀਆਂ ਸੋਚਾਂ ਨੂੰ, ਕਈ ਸੁਰਖਾਬੀ ਜਿਹੀਆਂ ਸੋਚਾਂ ਨੂੰ, ਅਧੂਰੀਆਂ ਬਚੀਆਂ ਲੋਚਾਂ ਨੂੰ, ਸਾਡੇ ਸਾਹ ਲੈਣ ਤੇ ਲੱਗੀਆਂ ਜੋ ਅਜੀਬੋ ਗਰੀਬ ਕਈ ਲੋਕਾਂ ਨੂੰ ਮੈਂ ਚੋਰੀ ਕਰ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ। ਇਹ ਲਾਸਟ ਸਟੈਂਜ਼ਾ ਹੈ, ਇਹਦੇ ਤੇ ਗੌਰ ਫਰਮਾਣਾ ਜੀ। ਪਰਛਾਵੇਂ ਕੁਝ ਮਰਹੂਮ ਜਿਹੇ, ਕੁਝ ਸਾਥੀ ਸਾਡੇ ਤੋਂ ਵਿਛੜੇ, ਪਰਛਾਵੇਂ ਕੁਝ ਮਰਹੂਮ ਜਿਹੇ, ਕੁਝ ਸੱਜਣ ਬੜੇ ਮਾਸੂਮ ਜਿਹੇ, ਬੋਲ ਕੁਬੋਲ ਤਕਰਾਰਾਂ ਦੇ ਜਜ਼ਬਾਤੋਂ ਜੰਮੇ ਜਨੂਨ ਜਿਹੇ, ਮੈਂ ਚੋਰੀ ਕਰ ਅੱਜ ਚੱਲਾ ਹਾਂ, ਨਾ ਸਮਝਿਓ ਮੈਂ ਕਿਤੇ ਕੱਲਾ ਹਾਂ, ਯਾਰੋ ਮੈਂ ਚੱਲਾ ਹਾਂ। ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਅਜੀਤ ਜੀ। ਐਵੇਂ ਗਲ ਭਰ ਆਇਆ ਸਾਰਿਆਂ ਦਾ, ਅੱਖਾਂ ਨਮ ਕਰ ਦਿੱਤੀਆਂ ਤੁਸੀਂ, ਕਿਉਂਕਿ ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂਹਿਆ, ਚਾਹੇ ਉਹ ਪਰਿਵਾਰ ਦੇ ਵਿੱਚ ਮਾਤਾ ਜੀ ਚਲੇ ਗਏ ਜਾਂ ਸਾਡੇ ਮਿੱਤਰ ਵਿਛੜ ਗਏ ਜਾਂ ਕੌੜੀਆਂ ਮਿੱਠੀਆਂ ਯਾਦਾਂ, ਸਾਰੀਆਂ ਤੁਸੀਂ ਜਿਹੜੀਆਂ ਹੈਗੀਆਂ ਇੱਕ ਮਾਲਾ ਦੇ ਵਿੱਚ ਪਰੋ ਦਿੱਤੀਆਂ। ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ। ਹੁਣ ਅਸੀਂ ਬੇਨਤੀ ਕਰਦੇ ਹਾਂ ਜੋ ਸਾਡੇ ਸਾਬਕਾ ਸਕੱਤਰ ਸਾਹਿਬ SIPR ਸਾਹਿਬ ਸਰ ਗੁਰਕੀਰਤ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਕੱਲ੍ਹ ਹੀ ਪੰਜਾਬ ਦੇ ਜੋ ਸਾਉਣੀ ਦਾ ਹੁਣ ਸੀਜ਼ਨ ਦਾ ਝੋਨੇ ਦੀ ਖਰੀਦ ਹੈ, ਉਹਦੇ ਵਿੱਚ 36,000 ਕਰੋੜ ਦੀ CCL ਲਿਮਿਟ ਕੱਲ੍ਹ ਸਰ ਦੇ ਯਤਨਾਂ ਨਾਲ ਇਹ ਪੰਜਾਬ 'ਚ ਲੈ ਕੇ ਆਏ ਨੇ, ਕਿਉਂਕਿ ਪੰਜਾਬ ਦੀ ਆਰਥਿਕਤਾ ਹੀ ਇਹਦੇ ਤੇ ਨਿਰਭਰ ਹੈ। ਤੇ ਸਰ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਜਿਹੜਾ ਤੁਹਾਡਾ ਝੋਨੇ ਦਾ ਸੀਜ਼ਨ ਬਹੁਤ ਵੱਡੀ ਇਹ ਪੰਜਾਬ ਦੀ ਸਰਕਾਰ ਦੀ ਪ੍ਰਾਇੋਰਟੀ ਹੈ, ਪਰ ਤੁਹਾਡੇ ਵਰਗੇ ਸੁਲਝੇ ਜਿਹੜੇ ਆਫੀਸਰ ਸਾਹਿਬਾਨ ਨੇ ਉਹ ਨਿਰਵਿਘਨ ਨੇਪਰੇ ਚੜੂਗਾ। ਤੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਇੱਥੇ ਮੰਚ ਤੋਂ ਸਾਰਿਆਂ ਨੂੰ ਆਸ਼ੀਰਵਾਦ ਦੇਣ। ਸਰ ਗੁਰਕੀਰਤ ਕਿਰਪਾਲ ਸਿੰਘ ਜੀ। अजीत कंवल जी, मेरे बहुत ही काबिल कोलीग्स, कमल किशोर यादव जी, सुमीत इज देयर, सेनू, गोपाल जी, लांबा जी, all the senior officers of the PR department, पूरी PR की टीम, बड़ा अच्छा लगा है कि अजीत कंवल जी ਜਦੋਂ ਕੋਈ ਰਿਟਾਇਰ ਹੁੰਦਾ ਹੈ ਉਹਦੇ ਬਾਰੇ ਜਦੋਂ ਚੰਗੀਆਂ ਗੱਲਾਂ ਸੁਣਦੇ ਆ ਕੋਲੀਗਸ ਤੋਂ, ਉਹ ਬੜਾ ਅੱਛਾ ਲੱਗਦਾ ਹੈ। ਇਟ ਸ਼ੋਜ਼ ਕਿ ਬੰਦੇ ਨੇ ਆਪਣੇ ਕੈਰੀਅਰ ਦੇ ਵਿੱਚ ਕਿਸ ਹਿਸਾਬ ਦੇ ਨਾਲ ਸਾਰਿਆਂ ਦਾ ਪਿਆਰ ਜਿੱਤਿਆ ਹੈ, ਸਿਰਫ ਆਪਣੀ ਕਾਬਲੀਅਤ ਨਾਲ ਹੀ ਨਹੀਂ, ਆਪਣੀ ਇੰਟਰਪਰਸਨਲ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਦੇ ਨਾਲ। ਸੋ ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ, ਥੈਂਕ ਯੂ ਸਰ, ਕਿ ਤੁਸੀਂ ਇੱਕ ਵਿਦਾਗ ਸਰਵਿਸ ਕਰਕੇ ਅੱਜ ਤੁਸੀਂ ਰਿਟਾਇਰ ਹੋ ਰਹੇ ਹੋ। ਅੱਜ ਦੀ ਡੇਟ ਵਿੱਚ ਇਹ ਵੀ ਬਹੁਤ ਵੱਡੀ ਉਪਲਬਧਤਾ ਹੈਗੀ ਹੈ। ਜਿਸ ਹਿਸਾਬ ਨਾਲ ਲੋਕਾਂ ਦੇ ਕੈਰੀਅਰਸ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਆ ਜਾਂਦੀਆਂ ਨੇ, ਇੱਕ ਕਲੀਨ ਕੈਰੀਅਰ ਨਾਲ ਰਿਟਾਇਰ ਹੋਣਾ ਇਜ਼ ਇਟਸੈਲਫ ਅ ਵੈਰੀ ਵੈਰੀ ਬਿਗ ਅਚੀਵਮੈਂਟ ਐਂਡ ਮਾਈ ਕੰਗ੍ਰੈਚੁਲੇਸ਼ਨਸ ਟੂ ਯੂ ਫॉर दैट। ਥੈਂਕ ਯੂ। ਐਜ਼ ਸੈਕਟਰੀ ਜਦੋਂ ਮੈਂ ਆਇਆ ਸੀ ਇੱਥੇ CM ਆਫਿਸ ਜੁਆਇਨ ਕੀਤਾ ਸੀ, ਮਿਸਟਰ ਵਰੁਣ ਰੂਜਮ ਵਾਜ਼ ਦ ਡਾਇਰੈਕਟਰ ਐਟ ਦੈਟ ਟਾਈਮ। ਥੋੜੀ ਜਿਹੀ ਦੇਰ ਹੀ ਲੱਗੇ ਸੀਗੇ ਐਂਡ I think his tenure was even shorter than yours, Kamal. So how many days? So 8 days or so. 8 days? Oh, मेरे ख्याल रिकॉर्ड टूटेगा नहीं बड़ी देर। So नाल दी नाल ही फिर I got the charge as a director, and to be very truthful, जिन्ना क public relation ਦਾ experience
ਬੰਦਾ ਕਹਿੰਦਾ ਕਿ ਜਦੋਂ ਤੁਸੀਂ ਪੋਸਟ ਤੇ ਆਉਂਦੇ ਹੋ ਕੁਝ ਪਾਸਟ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੁੰਦਾ ਹੈ ਜਿਹੜਾ ਲਿੰਕਡ ਹੁੰਦਾ ਤੁਹਾਡੀ ਪੋਸਟ ਦੇ ਨਾਲ, ਸੋ ਤੁਸੀਂ ਉਸ ਹਿਸਾਬ ਦੇ ਨਾਲ ਅੱਗੇ ਕੰਮਕਾਜ ਕਰਦੇ ਹੋ। ਬਟ ਦਿਸ ਵਾਜ਼ ਅ ਪੋਸਟ ਜਿਹਦੇ ਲਈ ਜ਼ੀਰੋ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਸੀਗਾ ਮੇਰਾ। ਆਈ ਹੈਡ ਐਬਸੋਲੂਟਲੀ ਨੋ ਕਲੂ ਅਪਾਰਟ ਫਰੋਮ ਅ ਫਿਊ ਪ੍ਰੈਸ ਰਿਲੀਜ਼ਸ ਜਿਹੜੀਆਂ ਐਜ਼ ਡਿਪਟੀ ਕਮਿਸ਼ਨਰ ਤੁਸੀਂ ਟਾਈਮ ਟੂ ਟਾਈਮ ਜਾਰੀ ਕਰਦੇ ਰਹਿੰਦੇ ਹੈਗੇ ਹੋ ਬਾਈ ਕਾਲਿੰਗ ਦ DPRO। ਆਈ ਵਾਜ਼ ਨੈਵਰ ਅ PR ਸੈਵੀ ਪਰਸਨ, ਮੈਨੂੰ ਕਦੇ ਸ਼ੌਕ ਨਹੀਂ ਰਿਹਾ ਜ਼ਿਆਦਾ ਪ੍ਰੈਸ ਵਿੱਚ ਆਉਣ ਦਾ, ਇਸ ਕਰਕੇ ਸਮਹਾਓ ਮੇਰਾ ਇਸ ਪਾਸੇ ਯੂ ਕੈਨ ਸੇ ਫੋਕਸ ਜ਼ਿਆਦਾ ਨਹੀਂ ਸੀਗਾ। ਬਟ ਜਦੋਂ ਡਾਇਰੈਕਟਰ ਦਾ ਚਾਰਜ ਆਇਆ, ਇਟ ਵਾਜ਼ ਆਫ ਕੋਰਸ ਅ ਜੌਬ ਟੂ ਬੀ ਡਨ। ਬਹੁਤ ਕੁਝ ਸਿੱਖਿਆ ਮੈਂ ਇਸ ਅਸਾਈਨਮੈਂਟ ਤੋਂ, ਫਸਟ ਐਜ਼ ਡਾਇਰੈਕਟਰ ਦੈਨ ਐਜ਼ ਸੈਕਟਰੀ। ਐਂਡ ਯੂ ਰਿਅਲਾਈਜ਼ ਕਿ ਗਵਰਨਮੈਂਟ ਵਿੱਚ ਸਿਰਫ ਕੰਮ ਕਰਨਾ ਹੀ ਜ਼ਰੂਰੀ ਨਹੀਂ ਹੈਗਾ, ਉਸ ਕੰਮ ਨੂੰ ਲੋਕਾਂ ਤੱਕ ਪਹੁੰਚਾਉਣਾ, ਉਹ ਲੋਕਾਂ ਨੂੰ ਦਿਖਾਉਣਾ ਕਿ ਕੀ ਕੰਮ ਹੋਇਆ ਬਹੁਤ ਜ਼ਰੂਰੀ ਹੁੰਦਾ ਹੈ। ਬਿਕੋਜ਼ ਇਹ ਗੱਲਾਂ ਦਬੀਆਂ ਹੀ ਰਹਿ ਜਾਂਦੀਆਂ ਨੇ, ਲੋਕਾਂ ਨੂੰ ਪਤਾ ਨਹੀਂ ਲੱਗਦਾ। Therefore, it is equally important ਕਿ this message goes out. And ਉਦੋਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਇਹ PR ਟੀਮ ਜਿਹੜੀ ਹੈ ਕਿੰਨੀ ਐਫੀਸ਼ੀਐਂਟਲੀ, ਕਿੰਨੇ ਸਟਰੋਂਗਲੀ ਟਾਸਕ ਨੂੰ ਐਗਜ਼ੀਕਿਊਟ ਕਰਨ ਦੀ ਸਮਰੱਥਾ ਰੱਖਦੀ ਹੈ। ਤੁਸੀਂ ਸਾਰੇ ਇਸ ਚੀਜ਼ ਦੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਕਿ ਇੰਨੀ ਵਧੀਆ ਤਰੀਕੇ ਦੇ ਨਾਲ ਤੁਸੀਂ ਇਹ ਟਾਸਕ ਐਗਜ਼ੀਕਿਊਟ ਕਰਦੇ ਹੋ। As secretary, of course, role change हो जाता है। I was quite relaxed as a secretary, because most of the job जी है director level ते ज़्यादा होती है। Secretary level ते it's more of a direction कि policy making तुसी guide कर दो, this are the focus areas, इस हिसाब नाल execute करो। But जी execution है वो obviously director level ते होती है। But मैंने when I look back, I feel a lot of satisfaction कि डिपार्टमेंट ਦੇ ਵਿੱਚ ਕੁਝ ਆਈਡੀਆਜ਼ ਮਨ ਵਿੱਚ ਆਏ, ਜਿਹੜੇ ਸਾਡੇ ਪੋਲੀਟੀਕਲ ਲੀਡਰਸ਼ਿਪ ਸੀ ਉਹਨੇ ਵੀ ਕੰਪਲੀਟ ਫਰੀडम ਦਿੱਤੀ ਕਿ ਤੁਸੀਂ ਜੋ ਆਈਡੀਆਜ਼ ਐਗਜ਼ੀਕਿਊਟ ਕਰਨਾ ਚਾਹੁੰਦੇ ਹੋ ਕਰੋ। ਸੋ ਦੇਅਰਫੋਰ ਕਾਫੀ ਆਈਡੀਆਜ਼ ਐਸੇ ਸੀਗੇ ਜਿਹੜੇ ਅਸੀਂ ਇੰਪਲੀਮੈਂਟ ਕੀਤੇ, ਲਾਗੂ ਹੋਏ, ਕੁਝ ਇਨ ਪਾਈਪਲਾਈਨ ਹੈਗੇ ਨੇ। ਆਈ ਐਮ ਸ਼ੋਰ ਉਹਨਾਂ ਨੂੰ ਹੋਰ ਰਿਫਾਈਨ ਕਰਕੇ ਬੈਟਰ ਤਰੀਕੇ ਦੇ ਨਾਲ ਅੱਗੇ ਲਿਆਂਦਾ ਜਾਏਗਾ। 4.5 ਸਾਲ ਇੱਕ ਬਹੁਤ ਲੰਬਾ ਪੀਰੀਅਡ ਹੁੰਦਾ ਹੈ, ਸਪੈਸ਼ਲੀ ਇਨ ਗਵਰਨਮੈਂਟ ਟੂ ਸਟੇ ਇਨ ਅ ਡਿਪਾਰਟਮੈਂਟ। ਐਂਡ ਸਾਡੀ ਜਿਹੜੀ ਸਰਵਿਸ ਹੈ IAS ਦੀ ਨੋਰਮਲੀ 2 ਸਾਲ ਬਾਅਦ ਥੋੜ੍ਹਾ ਜਿਹਾ ਅਜੀਬ ਲੱਗਣ ਲੱਗ ਪੈਂਦਾ। ਯੂ ਸਟਾਰਟ ਲੁਕਿੰਗ ਕਿ ਕੋਈ ਨਵੀਂ ਅਸਾਈਨਮੈਂਟ ਆਏਗੀ, ਕੋਈ ਨਵੇਕਲੀ ਚੀਜ਼ ਹੋਏਗੀ। ਸੋ ਬਟ 4.5 years ਕਿਵੇਂ ਬੀਤੇ, it seems just like yesterday ਕਿ ਅਸਾਈਨਮੈਂਟ ਸਟਾਰਟ ਹੋਈ ਸੀ। ਬਹੁਤ ਇੰਜੋਏ ਕੀਤਾ ਮੈਂ ਇਸ ਡਿਪਾਰਟਮੈਂਟ ਦੇ ਵਿੱਚ, ਤੁਹਾਡੇ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ ਹੈਗਾ। ਐਂਡ ਅਗਾਂਹ ਵੀ ਆਫ ਕੋਰਸ ਜਿਹੜੀ ਅਸਾਈਨਮੈਂਟ ਮਿਲੀ ਹੈ, ਸੋ ਉਹਦੇ ਵਿੱਚ ਵੀ ਆਈ ਥਿੰਕ ਅਗਲਾ 1.5 ਮਹੀਨਾ ਜਿਹੜਾ ਹੈ ਤੁਹਾਡੀ ਬਹੁਤ ਲੋੜ ਪੈਣੀ ਹੈ ਟੂ ਗੈਟ ਦ ਮੈਸੇਜ ਅਕ੍ਰੋਸ ਟੂ ਦ ਪੀਪਲ ਕਿ ਪ੍ਰੋਕਿਊਰਮੈਂਟ ਠੀਕ ਚੱਲ ਰਹੀ ਹੈ। ਆਈ ਐਮ ਸ਼ੋਰ ਤੁਸੀਂ ਸਾਰੇ ਇਸ ਟਾਸਕ ਵਿੱਚ ਸਾਨੂੰ ਜ਼ਰੂਰ ਕਰੋਗੇ ਡਿਪਾਰਟਮੈਂਟ ਨੂੰ। ਐਂਡ ਕੀਪ ਅਪ ਦ ਗੁੱਡ ਵਰਕ, ਇੱਦਾਂ ਹੀ ਕੰਮ ਅੱਛਾ ਚੱਲਦਾ ਰਹੇ। ਮਾਈ ਬੈਸਟ ਵਿਸ਼ੇਸ ਟੂ ਯੂ, ਮਾਈ ਬੈਸਟ ਵਿਸ਼ੇਸ ਟੂ ਦ ਫੈਮਲੀਜ਼। ਐਂਡ ਅਜੀਤ ਜੀ ਤੁਹਾਡੇ ਪਰਿਵਾਰ ਨੂੰ ਸਪੈਸ਼ਲੀ ਬਹੁਤ ਬਹੁਤ ਵਧਾਈਆਂ। ਤੁਹਾਡੀ ਬੇਟੀ ਦੇ ਜਿਹੜੇ ਸ਼ਬਦ ਮੈਂ ਸੁਣੇ, ਬਹੁਤ ਹੀ ਬੇਟੀ ਪਿਆਰ ਵਾਲੇ ਸ਼ਬਦਾਂ 'ਚ ਗਏ ਨੇ। ਯੂ ਆਰ ਵੈਰੀ ਲੱਕੀ ਟੂ ਹੈਵ ਸੱਚ ਅ ਲਵਿੰਗ ਡਾਟਰ। ਬਹੁਤ ਬਹੁਤ ਵਧਾਈਆਂ ਤੁਹਾਨੂੰ ਵਾਂਸ ਅਗੇਨ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ ਸਰ। ਸਰ ਦੇ ਕਾਰਜਕਾਲ ਦੌਰਾਨ ਜਿਹੜਾ ਲੋਕ ਸੰਪਰਕ ਵਿਭਾਗ ਦੇ ਵਿੱਚ ਨਵੀਆਂ ਪਿਰਤਾਂ ਪਈਆਂ ਨੇ, ਚਾਹੇ ਉਹ E-Office ਹੈ, ਉਹ ਜਿਹੜਾ ਹੈਗਾ ਪਹਿਲਾਂ ਸਰ ਸਾਨੂੰ ਬਹੁਤ ਔਖਾ ਲੱਗਿਆ ਜੀ, ਪਰ ਉਹ ਇੰਨੀ ਕਮਾਲ ਦੀ ਚੀਜ਼ ਹੈ ਜੀ। ਮੇਰੇ ਤੇ ਅਜੀਤ ਜੀ ਕੋਲ ਇੱਕ ਫਾਈਲ ਆ ਗਈ ਜੀ, ਬੜੀ ਪੰਗੇ ਵਾਲੀ ਫਾਈਲ ਸੀ। ਕਹਿੰਦੇ ਕੀ ਕੀਤਾ ਜਾਵੇ, ਤੇ ਅਸੀਂ ਸਲਾਹ ਕੀਤੀ ਵੀ E-Office ਤੇ ਚੜਾ ਦਿਓ, ਬਾਕੀ ਸੈਕਟਰੀ ਸਾਹਿਬ ਨੇ ਅੱਗੇ ਜਾਣੇ ਲੈਣੀ, ਤੇ ਉਹ ਸਰ ਸਾਨੂੰ ਬਚਾ ਲਿਆ ਜੀ। ਤੁਸੀਂ ਤੁਹਾਡੇ ਧੰਨਵਾਦੀ ਹਾਂ ਜੀ, ਕਿਉਂਕਿ ਤੁਸੀਂ ਜਿਹੜੀ ਟਰਾਂਸਪੇਰੈਂਸੀ ਲਿਆਂਦੀ ਹੈ ਉਹਦੇ ਵਿੱਚ ਹੁਣ ਕੋਈ ਐਸਾ ਅਗਲਾ ਸਮਾਂ ਐਸਾ ਵੀ ਕੋਈ ਗਲਤ ਕੰਮ ਨਹੀਂ ਕਰ ਸਕੇਗਾ। ਪਰ ਜੋ ਤੁਸੀਂ ਇੱਦਾਂ ਦਾ ਸਿਸਟਮ ਕ੍ਰੀਏਟ ਕੀਤਾ ਸਰ, ਉਹ ਆਉਣ ਵਾਲੇ ਸਮਿਆਂ ਵਿੱਚ E-Office ਪੰਜਾਬ 'ਚ DPR ਹੈ ਜਿਹੜਾ ਪਹਿਲਾ ਜਿਹੜਾ ਡਿਪਾਰਟਮੈਂਟ ਹੈ ਜਿਹੜਾ 100% E-Office ਇੱਥੇ ਹੋਇਆ, ਉਹ ਸਾਰੇ ਉਹਦੇ ਲਈ ਵਧਾਈ ਦੇ ਪਾਤਰ ਨੇ। ਤੇ ਸਰ ਅਸੀਂ ਯਕੀਨ ਦਿਵਾਉਂਦੇ ਸਰ ਜਿਹੜਾ ਪ੍ਰੋਕਿਊਰਮੈਂਟ ਦਾ ਸੀਜ਼ਨ ਹੈ ਉਹ ਸਾਰਾ ਸਾਡਾ ਡਿਪਾਰਟਮੈਂਟ ਫੀਲਡ ਦੇ ਸਾਡੇ ਆਫੀਸਰ DPRO ਸਾਹਿਬਾਨ, PRO ਸਾਹਿਬਾਨ
ਉਹ ਜਿੰਨਾ ਵੀ ਤੁਸੀਂ ਸਰ ਜੋ ਵੀ ਹੁਕਮ ਲਾਓਗੇ ਸਰ ਉਹ ਅਸੀਂ ਡਟ ਕੇ ਨਾਲ ਖੜਾਂਗੇ ਜੀ, ਕਿਉਂਕਿ ਤੁਸੀਂ ਜਿਹੜਾ ਲੋਕ ਸੰਪਰਕ ਦੇ ਵਿੱਚ ਤੁਹਾਡੀ ਜਿਹੜੀ ਸੇਵਾ ਹੈ, ਜੋ ਤੁਸੀਂ ਪ੍ਰਮੋਸ਼ਨਸ ਕੀਤੀਆਂ ਬਿਨਾਂ ਕਿਸੇ ਦਬਾਅ ਤੋਂ, ਬਿਨਾਂ ਕਿਸੇ ਉਹਦੇ ਤੋਂ, ਜੋ ਤੁਸੀਂ ਫਿਰਤਾਂ ਪਾਈਆਂ, ਉਹ ਸਰ ਹਮੇਸ਼ਾ ਅਸੀਂ ਤੁਹਾਨੂੰ ਯਾਦ ਰੱਖਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਤੇ ਹੁਣ ਜਿਹੜੀ ਆਪਣੀ ਇੱਕ ਰਸਮ ਹੈ, ਕਿਉਂਕਿ ਸਰ ਨੇ ਲੰਮਾ ਸਮਾਂ ਕੰਮ ਕੀਤਾ, ਉਹਨਾਂ ਨੂੰ ਅਸੀਂ ਕੁਝ ਸਾਰੇ ਸਾਥੀਆਂ ਵੱਲੋਂ ਕੋਈ ਟੋਕਨ ਆਫ ਲਵ ਉਹ ਦੇਣਾ ਚਾਹੁੰਦੇ ਹਾਂ ਸਰ। ਤੇ ਇੱਕ ਅਜੀਤ ਜੀ ਦਾ ਵੀ, ਉਹਨਾਂ ਦੇ ਪਰਿਵਾਰ ਦਾ ਵੀ ਸਨਮਾਨ ਹੋਣਾ। ਮੈਂ ਬੇਨਤੀ ਕਰਾਂਗਾ ਸੇਨੂ ਮੈਮ, ਲਾਂਬਾ ਜੀ, ਸਭ ਤੋਂ ਪਹਿਲਾਂ ਆਪਾਂ ਸੈਕਟਰੀ ਸਾਹਿਬ ਨੂੰ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਸੇਵਾ ਜਿਹੜੀ ਉਹਦੇ ਲਈ ਅਸੀਂ ਸਾਰਿਆਂ ਨੇ ਰਲ ਕੇ ਦਸਾਂ ਨੌਹਾਂ ਦੇ ਵਿੱਚੋਂ ਕਿਰਤ ਹੈ ਜਿਹੜੀ ਸਰ ਸਾਰਿਆਂ ਨੇ ਰਲ ਕੇ ਕੋਈ ਦਿਲੋਂ ਅਸੀਂ ਤੁਹਾਨੂੰ ਯਾਦ ਤੁਸੀਂ ਸਾਨੂੰ ਰੱਖੋਗੇ ਜੀ, ਉਸ ਲਈ ਅਸੀਂ ਸਨਮਾਨ ਚਿੰਨ੍ਹ ਦੇਣਾ ਚਾਹੁੰਦੇ ਹਾਂ। ਸਰ ਨੂੰ ਬੇਨਤੀ ਹੈ ਪਹਿਲਾਂ ਸੈਕਟਰੀ ਸਾਹਿਬ ਨੂੰ, ਫਿਰ ਅਜੀਤ ਕੰਵਲ ਜੀ ਵਾਲੀ ਅਸੀਂ ਰਸਮ ਕਰਾਂਗੇ। ਸੇਨੂ ਮੈਮ, ਲਾਂਬਾ ਜੀ ਨੂੰ ਬੇਨਤੀ ਹੈ ਉਹ ਸੈਕਟਰੀ ਸਾਹਿਬ ਨੂੰ, ਸਾਡੇ ਸੈਕਟਰੀ ਸਾਹਿਬ ਯਾਦਵ ਸਾਹਿਬ, ਸਾਡੇ ਡੀਏਪੀ ਸਾਹਿਬ ਜਰੰਗਲ ਸਾਹਿਬ, ਉਹਨਾਂ ਨੂੰ ਬੇਨਤੀ ਹੈ ਵੀ ਸੈਕਟਰੀ ਸਾਹਿਬ ਨੂੰ ਸਭ ਤੋਂ ਪਹਿਲਾਂ ਇਹ ਸਨਮਾਨ ਦੀ ਰਸਮ ਅਦਾ ਕੀਤੀ ਜਾਵੇ। ਹੁਣ ਸਾਰੇ ਆਫਿਸਰ ਸਾਹਿਬਾਨ ਨੂੰ ਸਾਡੇ ਕਿਉਂਕਿ ਬੜੀ ਖੁਸ਼ੀ ਹੋਵੇਗੀ, ਸਾਡੇ ਗੁਰਕੀਰ ਸਰ ਵੀ, ਸਾਡੇ ਸੈਕਟਰੀ ਸਾਹਿਬ ਕੇ ਯਾਦਵ ਸਰ, ਡੀਏਪੀਆਰ ਸਰ, ਸੇਨੂ ਮੈਮ, ਗੋਪਾਲ ਸਿੰਘ ਜੀ, ਲਾਂਬਾ ਜੀ, ਉਹ ਅਜੀਤ ਕੰਵਲ ਜੀ ਨੂੰ ਅਸੀਂ ਉਹਨਾਂ ਦੀ ਜੋ ਇਮਾਨਦਾਰੀ ਨਾਲ ਉਹਨਾਂ ਨੇ ਕੋਈ 2.5 ਦਹਾਕੇ ਪਬਲਿਕ ਰਿਲੇਸ਼ਨ ਦੇ ਵਿੱਚ ਨਿਸ਼ਕਾਮ ਸੇਵਾ ਕੀਤੀ ਹੈ, ਦਿਨ ਰਾਤ ਇੱਕ ਕਰਕੇ, ਉਹਨਾਂ ਨੂੰ ਅਸੀਂ ਸਰ ਕੋਈ ਯਾਦਗਾਰੀ ਚਿੰਨ੍ਹ ਦੇਣਾ ਚਾਹੁੰਦੇ ਹਾਂ। ਤੁਹਾਡੀ ਕਰ ਕਮਲਾਂ ਨਾਲ ਇਹਨੂੰ ਨੇਪਰੇ ਚਾੜਨਾ ਚਾਹੁੰਦੇ ਹਾਂ। ਇਹ ਵਿਹਲਾ ਰਹਿਣਾ ਚਾਹੁੰਦੇ ਨੇ ਜੀ ਅਸੀਂ, ਇਹ ਸਰ ਕੰਮ ਲਾਤਾ ਜੀ ਅਸੀਂ ਇਹਨਾਂ ਨੂੰ, ਕੰਮ ਲਾਵਾਂਗੇ ਸਰ, ਯਾਦ ਰੱਖਣਗੇ ਜੀ। ਅਜੀਤ ਕੰਵਲ ਜੀ ਦੇ ਉਹਨਾਂ ਦੇ ਮਿਸਿਸ, ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਮੰਚ ਤੇ ਆਉਣ। ਸੇਨੂ ਮੈਮ, ਉਹਨਾਂ ਦੀ ਬਿਟੀਆ ਵੀ ਨਾਲ ਆਵੇ, ਉਹਨਾਂ ਨੂੰ ਵੀ ਬੇਨਤੀ ਹੈ, ਕਿਉਂਕਿ ਜੇ ਤੁਹਾਡਾ ਸਹਿਯੋਗ ਨਾ ਹੁੰਦਾ ਤਾਂ ਡਾਕਟਰ ਸਾਹਿਬ ਨੇ ਜਿਹੜੇ 18 ਘੰਟੇ ਪਬਲਿਕ ਰਿਲੇਸ਼ਨ ਨੂੰ ਦਿੱਤੇ ਨੇ, ਅਸੀਂ ਪਰਿਵਾਰ ਨੂੰ ਵੀ ਬੇਨਤੀ ਹੈ। ਡਾਕਟਰ ਸਾਹਿਬ ਤੁਸੀਂ 2.5 ਦਹਾਕੇ ਦੇ ਦਿੱਤੇ ਪਬਲਿਕ ਰਿਲੇਸ਼ਨ ਨੂੰ, ਬਹੁਤ ਕੁਝ ਦੇ ਦਿੱਤਾ ਸਾਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜਿਹੜਾ ਤੁਹਾਡਾ ਅਗਲਾ ਸਮਾਂ ਉਹ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀਆਂ ਕਲਾਂ 'ਚ ਰੱਖੇ, ਸਾਰਾ ਪਰਿਵਾਰ ਖੁਸ਼ੀਆਂ ਖੇੜਿਆਂ ਨਾਲ ਰਹੇ, ਕਿਉਂਕਿ ਇਹਨਾਂ ਦਾ ਬੇਟਾ ਉਦੇਸ਼ ਕੁਵਰ ਉਹ ਵੀ ਕੈਨੇਡਾ ਦੇ ਵਿੱਚ, ਉਹਨਾਂ ਨੇ ਵੀ ਬਹੁਤ, ਇਹਨਾਂ ਨੇ ਆਪਣੇ ਪਰਿਵਾਰ ਨੂੰ ਬਹੁਤ ਅੱਛਾ, ਬੱਚਿਆਂ ਨੂੰ ਜੋ ਸੰਸਕਾਰ ਦਿੱਤੇ, ਕਿਉਂਕਿ ਇਹਨਾਂ ਦੀ ਬੇਟੀ ਦੇ ਜੋ ਸ਼ਬਦ ਸੀਗੇ ਉਹ ਸਾਡੇ ਦਿਲ ਵਿੱਚ ਚਲੇ ਗਏ ਨੇ। ਤੇ ਉਹ ਸਾਰੇ ਵੀ, ਬੇਟਾ ਇਹ ਤੁਹਾਡੇ ਨਹੀਂ, ਸਾਡੇ ਵੀ ਅੱਛੇ ਮਿੱਤਰ, ਅੱਛੇ ਗਾਈਡ, ਅੱਛੇ ਹੋ ਰਹੇ ਨੇ, ਕੁਲੀਗ ਰਹੇ ਨੇ। ਤੇ ਹੁਣ ਉਮਾ ਮੈਡਮ ਸਾਡੇ ਸਾਬਕਾ ਡਿਪਟੀ ਡਾਇਰੈਕਟਰ ਜਿਨ੍ਹਾਂ ਨੇ ਲੰਮਾ ਸਮਾਂ ਪਬਲਿਕ ਰਿਲੇਸ਼ਨ ਚਲਾਇਆ, ਉਹ ਅਜੀਤ ਜੀ ਦੀ ਤਰਫੋਂ ਸਾਰਿਆਂ ਦਾ ਧੰਨਵਾਦ ਕਰਨਗੇ। ਉਮਾ ਜੀ ਨੂੰ ਬੇਨਤੀ ਹੈ, ਉਮਾ ਸ਼ਰਮਾ ਜੀ, ਲੰਮਾ ਸਮਾਂ ਇਹਨਾਂ ਨੇ ਵੀ ਕੋਈ 30-35 ਸਾਲ ਪਬਲਿਕ ਰਿਲੇਸ਼ਨ ਦੇ ਵਿੱਚ ਲਾਏ ਨੇ, ਬਹੁਤ ਇਹਨਾਂ ਦਾ ਅਜੀਤ ਜੀ ਨਾਲ ਸਾਂਝ ਰਹੀ ਹੈ, ਉਹ ਇਹ ਸਾਡੇ ਨਾਲ ਸ਼ਬਦ ਸਾਂਝੇ ਕਰਨਗੇ। ਮਾਨਯੋਗ ਸੈਕਟਰੀ ਸਾਹਿਬ ਗੁਰਕੀਰਤ ਸਿੰਘ ਜੀ, यादव जी, डॉक्टर साहब, सेनू मैम, जेडिया, लांबा जी और मेरे सारे साथी, सब तो पहला तुसी सारे वधाई दे पात्र हो और तुसी सारे खुशकिस्मत भी हो, क्योंकि तुसी सारे एक ऐसे विभाग दे विच काम कर रहे हो जिस दे विच पैसा तो नहीं है पर तुहाडी अहमियत बहुत है। मैं
ਰਿਟਾਇਰਮੈਂਟ ਹੋਣ ਤੋਂ ਬਾਅਦ ਜੋ ਮੈਨੂੰ ਹੁਣ ਵੀ ਲੋਕਾਂ ਦੇ ਵਿੱਚ ਮਾਣ ਮਿਲਦਾ ਹੈ ਉਹ ਸਿਰਫ ਤੇ ਸਿਰਫ ਪਬਲਿਕ ਰਿਲੇਸ਼ਨ ਕਰਕੇ ਹੀ ਮਿਲਦਾ ਹੈ। ਸੋ ਤੁਸੀਂ ਇਹ ਨਾ ਕਦੇ ਵੀ ਸੋਚਿਓ ਕਿ ਸਾਡੇ ਗ੍ਰੇਡ ਘੱਟ ਨੇ, ਅਸੀਂ ਬਹੁਤ ਕੋਸ਼ਿਸ਼ ਵੀ ਕੀਤੀ ਪਰ ਨਹੀਂ ਵਧੇ, ਤੇ ਪਰ ਲੇਕਿਨ ਜਿਹੜੀ ਮਾਨ ਇੱਜ਼ਤ ਹੈ ਨਾ ਉਹ ਕਦੇ ਵੀ ਘੱਟ ਨਹੀਂ ਹੁੰਦਾ। ਤੁਹਾਡੀ ਜ਼ਿੰਦਗੀ ਵਿੱਚ ਅਗਰ ਜਾਏਗਾ ਤੇ ਇਹੀ ਨਾਲ ਜਾਣਾ। ਸੋ ਤੁਸੀਂ ਸਾਰਿਆਂ ਨੇ ਜੋ ਅਜੀਤ ਜੀ ਨੂੰ ਅੱਜ ਇੱਥੇ ਮਾਨ ਇੱਜ਼ਤ ਦਿੱਤਾ ਹੈ ਉਹਨਾਂ ਦੇ ਵਾਸਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਔਰ ਕਿਉਂਕਿ ਤੁਹਾਡੇ ਨਾਲ ਮੈਂ ਸਾਰਿਆਂ ਨੇ ਆਪਣਾ ਸਮਾਂ ਸਾਂਝਾ ਕੀਤਾ ਹੈ, ਮੈਂ ਅਜੀਤ ਜੀ ਨੂੰ ਪਹਿਲੀ ਵਾਰੀ ਪਬਲਿਕ ਸਰਵਿਸ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਇੰਟਰਵਿਊ ਦੇ ਟਾਈਮ ਤੇ ਮਿਲੀ ਸੀ। ਇਹ ਆਏ, ਇਹਨਾਂ ਨੇ ਆ ਕੇ ਸਾਨੂੰ ਚਾਹ ਪਿਲਾਈ ਔਰ ਚਲੇ ਗਏ। ਸਿਰਫ ਇਹਨਾਂ ਨੇ ਆਪਣਾ ਇੰਨਾ ਨਾਮ ਦੱਸਿਆ ਕਿ ਮੇਰਾ ਨਾਮ ਅਜੀਤ ਕਮਲ ਹੈ ਤੇ ਮੈਂ ਯੂਨੀਵਰਸਿਟੀ ਤੋਂ ਆਇਆ। ਜਦੋਂ 15 ਮਿੰਟ ਬਾਅਦ ਸਾਡਾ ਰਿਜ਼ਲਟ ਆਊਟ ਹੋਇਆ ਤਾਂ ਮੇਰਾ ਨਾਮ ਪਹਿਲੇ ਨੰਬਰ ਤੇ ਸੀ ਤੇ ਦੂਸਰੇ ਨੰਬਰ ਤੇ ਅਜੀਤ ਕਮਲ ਜੀ ਦਾ ਸੀ। ਮੈਂ ਜੁਆਇਨ ਕਰ ਲਿਆ ਪਰ ਮੈਂ ਇਹ ਸੋਚਾਂ ਕਿ ਮੇਰਾ ਦੂਸਰਾ ਸਾਥੀ ਜੁਆਇਨ ਕਰਨ ਕਿਉਂ ਨਹੀਂ ਆ ਰਿਹਾ ਔਰ ਸਾਨੂੰ ਇਹ ਨਾ ਪਤਾ ਲੱਗੇ ਕਿ ਅਜੀਤ ਕਮਲ ਜੀ ਦਾ ਫੋਨ ਨੰਬਰ ਕਿੱਥੋਂ ਲਈਏ। ਇਹਨਾਂ ਨੂੰ ਕਹਿ ਗਿਆ ਕਿ ਅਸੀਂ ਜੁਆਇਨ ਕਰਾਇਆ ਡਿਪਾਰਟਮੈਂਟ ਦੇ ਵਿੱਚ। ਫਿਰ ਸਾਨੂੰ ਇੱਕੋ ਹੀ ਕਮਰੇ 'ਚ ਬੈਠਣ ਦਾ ਮੌਕਾ ਮਿਲਿਆ। ਜਿੰਨੀ ਦੇਰ ਅਸੀਂ ਸਰਵਿਸ ਕੀਤੀ ਹੈ ਅਸੀਂ ਇੱਕ ਹੀ ਕਮਰੇ 'ਚ ਬੈਠੇ ਹਾਂ। ਮੈਨੂੰ ਇਹ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਇਹ ਸਾਥੀ ਦੇ ਰੂਪ 'ਚ ਇੱਕ ਜਿਹੜਾ ਮੇਰਾ ਪਬਲਿਕ ਰਿਲੇਸ਼ਨ ਦੀ ਮੇਰੇ ਵਿਭਾਗ ਦੇ ਵਿੱਚ ਮੇਰੀ ਇਹਨਾਂ ਦੇ ਨਾਲ ਸਾਂਝ ਸੀ ਉਹ ਮੇਰੀ ਪਰਿਵਾਰਿਕ ਸਾਂਝ ਵੀ ਪਈ ਤੇ ਇਹ ਇਹਨਾਂ ਨੇ ਭਰਾ ਦਾ ਰੋਲ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਨਿਭਾਉਂਦੇ ਆ ਰਹੇ ਨੇ। ਤੁਸੀਂ ਸਾਰੇ, ਮੈਂ ਕਦੇ ਵੀ ਤੁਹਾਨੂੰ ਸਾਰਿਆਂ ਦੇ ਜੋ ਵੀ ਤੁਹਾਡੇ ਸਾਰਿਆਂ ਦਾ ਸਾਥ ਰਿਹਾ ਮੇਰੇ ਨਾਲ ਮੈਂ ਕਦੇ ਵੀ ਨਹੀਂ ਭੁੱਲਾਂਗੀ। ਔਰ ਅਜੀਤ ਜੀ ਵੱਲੋਂ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਔਰ ਤੁਹਾਡੇ ਵੱਲੋਂ ਮੈਂ ਅਜੀਤ ਜੀ ਲਈ 2 ਲਾਈਨਾਂ ਕਹਿ ਰਹੀ ਹਾਂ। सोच तो आपकी होगी, सोच तो आपकी होगी मगर आगाज देंगे हम। सोच तो आपकी होगी मगर आगाज देंगे हम। ख्वाब तो आपने देखा होगा मगर आगाज देंगे हम। विदाई पर हमारी ओर से उपहार इतना ही है, इरादे आपके होंगे परवाज देंगे हम। इरादे आपके होंगे परवाज देंगे हम। अजीत जी, आप जैसा बड़प्पन कहीं नहीं है, आप जैसा सरल मन नहीं है कहीं। आपको हम विदा आज करते हैं मगर सीनियर आप जैसा सज्जन कहीं नहीं है। सीनियर आप जैसा सज्जन कहीं नहीं है। सो तुहाडे सारिਆਂ ਦਾ ਅਜੀਤ ਜੀ ਨੂੰ ਇੰਨਾ ਮਾਣ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਇਹੀ ਚਾਹਾਂਗੀ ਕਿ ਤੁਹਾਡੀ ਜਿਹੜੀ ਸਾਂਝ ਹੈ ਉਹ ਸਾਡੇ ਨਾਲ ਹਮੇਸ਼ਾ ਬਣੀ ਰਹੇ। ਸ਼ੁਕਰੀਆ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ ਔਰ ਵਿਭਾਗ ਇਸੇ ਤਰ੍ਹਾਂ ਸਾਰੇ ਰਿਟਾਇਰਿਆਂ ਨੂੰ ਮਾਣ ਇੱਜ਼ਤ ਦਿੰਦਾ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਸਾਡਾ ਵਿਭਾਗ ਦਾ ਨਾਮ ਹਮੇਸ਼ਾ ਜ਼ਿੰਦਾ ਰਹੇਗਾ। ਸ਼ੁਕਰੀਆ। बहुत बहुत धन्यवाद मैम। एक सर गुरकीरत साहब ਨੂੰ ਬੇਨਤੀ ਹੈ ਜੀ, ਉਧਰੋਂ ਦਰਸ਼ਕਾਂ ਦੇ ਵਿੱਚੋਂ ਇੱਕ ਆਈ ਆ ਫਰਿਆਦ ਆਈ ਹੈ ਜੀ, ਸਿਫਾਰਿਸ਼ ਆਈ ਹੈ ਸਰ ਵੀ ਇੱਕ ਇਹਨਾਂ ਨੇ ਬੇਨਤੀ ਲਾਈ ਸੀ ਗ੍ਰੇਡਾਂ ਬਾਰੇ ਤੇ ਇੱਕ ਰੈੱਡ ਕਾਰਡ ਬਾਰੇ ਤੇ ਉਹ ਫਰਿਆਦ ਸਰ ਅਸੀਂ ਤੁਹਾਨੂੰ ਦਿੱਤੀ ਸੀ। ਉਹ ਬੇਨਤੀ ਹੈ ਵੀ ਤੁਸੀਂ ਅਗਲੇ ਸੈਕਟਰੀ ਸਾਹਿਬ ਨੂੰ ਸਿਫਾਰਿਸ਼ ਦੇ ਨਾਲ ਜ਼ਰੂਰ ਸਾਡੀ ਫੜਾ ਕੇ ਜਾਇਓ। ਉਹ ਸਰ ਜਿਹੜੀਆਂ ਪ੍ਰਮੋਸ਼ਨਾਂ ਰਹਿੰਦੀਆਂ ਪੈਂਡਿੰਗ ਜਾਂ ਜੋ ਵੀ ਹੈਗਾ ਆਪਣਾ ਡਿਪਾਰਟਮੈਂਟ ਦਾ ਉਹ ਸਰ ਤੁਸੀਂ ਜ਼ਰੂਰ ਕਿਰਪਾ ਕਰਿਓ। ਅਜੀਤ ਜੀ सर अपने 10 नौहां की किरत दे विचों एक टोकन ऑफ लव सर सारे नाल साझे कर रहे हैं। ये सर दुआबे दे देने का पता नहीं जी कुछ मेरे तो सॉरी सर फिर तो घरे ज्यादा इज्जतमान मिलेगा जी। सौरे वालों सर गिफ्ट आया जी।
ਬਹੁਤ ਕ੍ਰੀਏਟਿਵ ਸਾਰੇ ਇਹਨਾਂ ਦਾ ਜਿਹੜਾ ਸਰ ਅਸੀਂ ਜਿਹੜੇ ਇਹਨਾਂ ਦੇ ਮਨ ਦੇ ਬਲਬਲੇ ਨੇ ਸਰ ਉਹਨਾਂ ਨੂੰ ਕਾਬੂ ਕਰਨ ਲਈ ਕਿ ਅਸੀਂ ਇਹਨਾਂ ਨੂੰ ਐਸਾ ਗਿਫਟ ਦਿੱਤਾ ਜੀ ਇਹ ਸਾਨੂੰ ਯਾਦ ਰੱਖਣਗੇ ਜੀ ਇਹਨਾਂ ਨੂੰ ਇੰਨਾ ਬਿਜ਼ੀ ਕਰ ਦੇਣਾ ਜੀ ਉਹਦੇ ਨਾਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਐਸੀ ਯਾਦਗਾਰੀ ਚੀਜ਼ ਦੇ ਕੇ ਜਾ ਰਹੇ ਹੋ ਜਿਹੜਾ ਬਹੁਤ ਤੁਹਾਡਾ ਧੰਨਵਾਦ। ਹੁਣ ਸਾਰੇ ਸਾਡੇ ਮਹਿਮਾਨਾਂ ਨੂੰ ਸਾਡੇ ਸੀਨੀਅਰ ਅਧਿਕਾਰੀ ਸਹਿਬਾਨਾਂ ਨੂੰ ਸਾਡੇ ਕੁਲੀਗਸ ਨੂੰ ਬੇਨਤੀ ਹੈ ਵੀ ਆਪਾਂ ਇੱਕ ਬਾਹਰ ਗਰੁੱਪ ਫੋਟੋ ਕਰਾ ਲਈਏ ਕੋਈ ਸੂਰਜ ਦੇਵਤਾ ਜਿਹੜਾ ਹੈ ਅਸਤ ਹੋ ਚੁੱਕੇ ਨੇ ਫਿਰ ਉਹ ਯਾਦਗਾਰੀ ਫੋਟੋ ਹੈ ਸਰ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਚਾਹ ਦਾ ਪਿਆਲਾ ਸਾਂਝਾ ਕਰਨਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਆਏ ਹੋ ਸਾਨੂੰ ਬਹੁਤ ਹੌਸਲਾ ਮਿਲਿਆ ਜੀ ਜਿਹੜੀ ਥਕਾਵਟ ਸਾਡੀ ਸਾਰੀ ਲੈ ਜਾਂਦੀ ਹੈ ਜੀ ਤੁਸੀਂ ਏਦਾਂ ਹੀ ਸਾਡੇ ਤੇ ਮਿਹਰ ਰੱਖਿਓ ਅਸੀਂ ਨਾਲ ਡਟ ਕੇ ਖੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।